ਭਾਜਪਾ ਦੀ ਬੀ ਟੀਮ ਆਪੇ ਬੀ ਟੀਮ ਨਜ਼ਰ ਆਉਣ ਡਈ ਹੈ ਕਿ ਜਦੋਂ ਦੂਜੇ ਕੁਛ ਨਾ ਕੁਛ ਝੋਕੇ ਆ, ਕੁਛ ਨਾ ਕੁਛ ਸਮਝੌਤੇ ਕਰ ਚੁੱਕੇ ਤਾਂ ਤੁਸੀਂ ਇੱਕੇ ਗੱਲ ਤੇ ਅੜੇ ਨੇ। ਫਿਰ ਕਿਸੇ ਦੀ ਗੱਲ ਸੁਣੋਗੇ। ਜਦੋਂ ਤੁਸੀਂ ਜੰਮੂ ਵਾਲੇ ਦਾ ਪੈਰ ਮਿਧਿਆ ਧਾਰਾ 370 ਦੇ ਵਿੱਚ, ਫਿਰ ਅਗਲਿਆਂ ਤੁਹਾਨੂੰ ਸੁਣਾਉਣੀਆਂ ਤੇ ਹੈਗੀਆਂ, ਸੁਣ ਲਓ। ਤੁਸੀਂ ਸੁਣਨ ਨੂੰ ਵਿਚਾਰ ਨਹੀਂ। ਤੁਸੀਂ ਕੱਲ੍ਹ ਦੀ ਜੰਮੀ ਪਾਰਟੀ ਜੇ ਤੁਸੀਂ ਉਹਦੇ ਜਿਵੇਂ ਸਾਰੇ ਸਟੇਟ ਦੀਆਂ ਵਿਰੋਧੀ ਪਾਰਟੀਆਂ ਸਾਡੀ ਵਿਚਾਰਧਾਰਾ ਚੱਲ ਪਈਆਂ, ਕਿੱਦਾਂ ਚੱਲਣਗੀਆਂ ਜੀ। ਮੈਨੂੰ ਜਾਪਦਾ ਵੀ ਕੁਛ ਨਾ ਕੁਛ ਵਿਰੋਧੀ ਪਾਰਟੀਆਂ 2024 ਦੇ ਵਿੱਚ ਚੰਗੀ ਪਰਫਾਰਮੈਂਸ ਕਰਨਗੀਆਂ। ਉਹਦਾ ਕਾਰਨ ਹੈ ਜੀ, ਨੰਬਰ 1 ਪੁਆਇੰਟ ਇਹ ਹੈ ਜੀ ਕਿ ਇਹਦੇ ਕੋਈ ਸ਼ੱਕ ਨਹੀਂ ਕਿ ਮੋਦੀ ਜੀ ਦੀ ਬਾਹਰ ਦੀ ਪੋਜੀਸ਼ਨ ਬਹੁਤ ਅੱਛੀ ਹੈ ਔਰ ਇੰਨੀ ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਇੰਡੀਆ ਦੀ ਨਹੀਂ ਹੋਈ ਜੋ ਬਾਹਰ ਦੀ ਪੋਜੀਸ਼ਨ ਅੱਛੀ ਹੈ। ਓਕੇ, ਉਹਦੇ ਨਾਲ ਇਹ ਕਿ ਜਿਹੜੇ ਸਿਵਲਾਈਜ਼ਡ ਪਰਸਨ ਆ ਜਿਹੜੇ ਉਹਨਾਂ ਨੇ ਮੋਦੀ ਨੂੰ ਪ੍ਰੈਫਰ ਕਰਨਾ, ਉਹਨਾਂ ਨੇ ਵੋਟ ਪਾਣੀ ਹੈ। ਨੰਬਰ 2, ਜਿਹੜਾ ਇਹ ਮੰਦਿਰ ਦੀ ਓਪਨਿੰਗ ਕਰ ਰਿਹਾ ਹੈ ਬਿਲਕੁਲ ਵੋਟਾਂ ਤੋਂ ਪਹਿਲਾਂ ਕਰ ਰਿਹਾ ਹੈ। ਜਿਹੜਾ ਮਿਡਲ ਕਲਾਸ ਤੇ ਲੋ ਕਲਾਸ ਪਰਸਨ ਹੈ, ਹਿੰਦੂ ਕਮਿਊਨਿਟੀ, ਉਹਨਾਂ ਨੇ ਸਾਰਿਆਂ ਨੇ ਖੁਸ਼ੀ ਵਿੱਚ ਹੀ ਦਾ ਇਹਨਾਂ ਨੂੰ ਵੋਟਾਂ ਪਾਣੀਆਂ ਹੀ ਪਾਣੀਆਂ। ਨੰਬਰ 3, ਇਹਨਾਂ ਨੇ ਕੋਈ ਨਾ ਕੋਈ ਰਿਓੜੀ ਬਣ ਦੇਣੀ ਹੁਣ ਅਖੀਰ ਵੇਖਣਾ 6 ਮਹੀਨੇ ਵਿੱਚ ਜਿੱਦਾਂ ਕੇਸਰੀਵਾਲ ਨੇ ਬਿਜਲੀ ਫ੍ਰੀ ਕਰਤੀ ਹੈ ਨਾ, ਇਹਨਾਂ ਨੇ ਕੋਈ ਨਾ ਕੋਈ ਐਸੀ ਚੀਜ਼ ਬਣਨੀ ਹੈ ਜਿਹਦੇ ਨਾਲ ਸਾਰਿਆਂ ਦੀ ਅਟਰੈਕਸ਼ਨ ਖਿੱਚ ਲੈਣੀ ਹੈ। ਇਹ ਨਾਲ ਕੀ ਹੋਣਾ ਜੀ ਕਿ ਮੋਦੀ ਸਾਹਿਬ ਦੇ ਬੀਜੇਪੀ ਦੇ ਫੇਵਰ ਸਭ ਨੇ ਆ ਜਾਣਾ। ਮੈਂ ਸਭ ਦੇ ਚਿੱਤਰ ਪੈਣਗੇ, ਇਹਨਾਂ ਨੂੰ ਥੋੜ੍ਹੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਕਿ ਰੋਜ਼ ਕੰਮ ਕਰੋ ਰੋਜ਼ ਖਾਓ। ਇਹ ਹਾਲ ਹੋਊਗਾ। ਇਹ ਐਸੀ ਮਤਲਬ ਰਾਜਨੀਤੀ ਆ ਰਹੀ ਅੱਗੇ ਅੱਗੇ, ਇਹ ਮਤਲਬ ਆਪਣੇ ਦੇਸ਼ ਦੇ ਲੋਕਾਂ ਨੂੰ ਇੱਕ ਮਮਤਾ ਪਾ ਦੂਗੀ। ਜਦੋਂ ਕਰੋਨਾ ਆਇਆ ਉਦੋਂ ਕੋਈ ਮੰਦਰ ਨੇ ਬੌੜਿਆ, ਕੋਈ ਸਾਧ ਬਾਬਾ ਬੌੜਿਆ, ਕਿੰਨੇ ਸਾਧੂ ਸੰਤ ਬ੍ਰਹਮ ਗਿਆਨੀ ਨੇ ਜੀ। ਫਿਰ ਵੀ ਲੋਕ ਮੰਦਰਾਂ ਦੇ ਨਾਂ ਤੇ ਵੋਟਾਂ ਪਾ ਦੇਣ ਤੇ ਫਿਰ ਭਲਾਈ ਦੀ ਕਿੱਥੋਂ ਆਸ ਰੱਖੀ ਜਾ ਸਕਦੀ ਹੈ। ਇਹ ਪਹਿਲਾਂ ਪ੍ਰਧਾਨ ਮੰਤਰੀ ਆਪਦਾ ਸਿਲੈਕਟ ਕਰਨ ਕੌਣ ਹੋਊਗਾ, ਸਾਰੀਆਂ ਪਾਰਟੀਆਂ ਨੂੰ ਫਿਰ ਤਾਂ ਸਵਾਦ ਹੈ। ਤੇ ਜਿਹੜੇ ਨਤੀਸ਼ ਕੁਮਾਰ ਜੀ ਆ ਉਹਨਾਂ ਦੀਆਂ ਅੱਖਾਂ ਕਿਸੇ ਪਾਸੇ ਹੁੰਦੇ ਆ, ਦਿਮਾਗ ਕਿਸੇ ਪਾਸੇ ਆ, ਤੇ ਪ੍ਰੈਕਟੀਕਲੀ ਉਹਨਾਂ ਦਾ ਫਿਜ਼ੀਕਲੀ ਹੋਰ ਪਾਸੇ ਹੁੰਦਾ ਧਿਆਨ ਵੀ ਮੈਨੂੰ ਕੁਰਸੀ ਮਿਲਣੀ ਚਾਹੀਦੀ ਪ੍ਰਧਾਨ ਮੰਤਰੀ ਦੀ। ਕਈ ਯਾਰ ਹੋ ਗਿਆ ਉਹਨਾਂ ਨੂੰ ਆਪਣੇ ਟੱਕਰਾਂ ਮਾਰਦਿਆਂ ਨੂੰ। ਨਤੀਸ਼ ਕੁਮਾਰ ਇੱਕ ਨਹੀਂ ਯਾਰ, ਕਦੀ ਉੱਧਰ ਕਦੀ ਉੱਧਰ, ਕਦੀ ਦੁਸ਼ਮਣੀ ਕਦੀ ਸੱਜਣ, ਕਦੀ ਜੱਫੀ ਪੈ ਗਈ ਕਦੀ ਟੁੱਟ ਗਈ, ਤੇ ਬਾਕੀ ਵੀ ਇੱਦਾਂ ਹੀ ਆ। ਬਾਕੀ ਬਸ ਚੋਣਾਂ ਤੋਂ ਆ ਪਤਾ ਲੱਗ ਜੂ 4-5 ਜਿਹੜੀਆਂ ਸਟੇਟਾਂ ਚ ਹੋਈਆਂ ਕਿੱਥੇ ਵੀ ਆ ਕੇ ਗੱਲ ਖੜਦੀ ਆ। ਪਰ ਹੁਣ ਤੇ ਇਹਨਾਂ ਦੇ ਬਣਨ ਦੇ ਉੱਤੇ ਹੀ ਸ਼ੱਕ ਹੈ ਵੀ ਇਹ ਬਣਨਾ ਵੀ ਹੈ ਕਿ ਨਹੀਂ ਬਣਨਾ। ਕਿਉਂਕਿ ਇੱਕ ਬੰਦੇ ਨੇ 3 ਪਾਸਿਆਂ ਤੇ ਲੱਤਾਂ ਫਸਾਈਆਂ ਵਾ। ਹੁਣ ਵੇਖੋ ਨਾ, ਮਤਲਬ ਜਿਹੜਾ ਨਤੀਸ਼ ਕੁਮਾਰ ਦੀ ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਤੋਂ ਹੀ ਕਿਹਾ ਵੀ ਉਹਨੂੰ ਸ਼੍ਰੇਅ ਜਾਂਦਾ, ਤੇ ਉਹ ਤੇ ਆਪ 4 ਵਾਰਾਂ ਭਾਜਪਾ 'ਚ ਰਹਿ ਕੇ ਤੇ 4 ਵਾਰਾਂ ਵਿੱਚੋਂ ਨਿਕਲਿਆ ਵਾ। ਤੇ ਜੇ ਉਹਨੂੰ RSS ਕਹਿ ਦੇ ਵੀ ਆ ਜਾ ਤੂੰ ਸਾਡੇ 'ਚ ਆ ਜਾ, ਤੈਨੂੰ ਅਸੀਂ ਪ੍ਰਧਾਨ ਮੰਤਰੀ ਬਣਾ ਦਿੰਦੇ ਆ, ਤੇ ਉਹਨੇ ਤੇ ਆ ਜਿਹੜਾ ਇਕੱਠ ਕਰਦੇ ਤੇ ਇਹ ਤੇ ਮਿੰਟ ਇੱਕ ਨਹੀਂ ਲਾਉਣਾ। ਉਹ ਤੇ ਮਿੰਟ 'ਚ ਉਹਨੂੰ ਪ੍ਰਧਾਨ ਮੰਤਰੀ ਉਹਦੇ ਛੜੱਪਾ ਮਾਰ ਕੇ ਉਹਨੇ NDA 'ਚ ਜਾ ਵੜਨਾ। ਹੁਣ ਵੇਖੋ ਨਾ, ਜਿਹੜਾ ਮਤਲਬ ਕਿ ਆ ਬ੍ਰਿਜ ਭੂਸ਼ਣ ਹੈ ਜਿਹੜਾ ਆ ਭਲਵਾਨਾਂ ਵਾਲੇ ਰੌਲੇ ਦੇ ਵਿੱਚ, ਇਹ ਬੰਦੇ ਦਾ ਇੱਕ ਹਿਸਾਬ ਨਾਲ ਉੱਥੇ ਮਤਲਬ ਯੂਪੀ ਦੇ ਵਿੱਚ ਇਹਦਾ ਰਾਜ ਚੱਲਦਾ। ਇੱਕ 에ਅਰਕ੍ਰਾਫਟ ਰੱਖਿਆ, 2 ਹੈਲੀਕਾਪਟਰ, 100 ਕਾਰ, ਮੋਟਰਸਾਈਕਲ, ਘੋੜੇ, 15 ਕਿੱਲਿਆਂ 'ਚ ਕੋਠੀ। ਤੇ ਇਹ ਬੰਦੇ ਦੇ ਖਿਲਾਫ ਤਾਂ ਉਹ ਬੋਲਦੇ ਨਹੀਂ, ਇਹ ਕਹਿੰਦੇ ਆ ਵੀ ਇਹ ਭਾਜਪਾ 'ਚੋਂ ਨਿਕਲੇ ਤੇ ਅਸੀਂ ਇਹਨੂੰ ਵੈਲਕਮ ਕਰਾਂਗੇ। ਤੇ ਇਸ ਨੀਅਤ ਦੇ ਨਾਲ ਇਹ ਗੱਠਜੋੜ ਕਿੰਨੇ ਦਿਨ ਚੱਲੂਗਾ? ਤੇ ਇਹ ਮਤਲਬ UPA ਦਾ ਜਿਹੜਾ ਗਠਬੰਧਨ ਹੈ ਲੱਗਦਾ ਨਹੀਂ ਕਿਤੇ ਕਾਮਯਾਬੀ 'ਚ ਹੋ ਜਾਏ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਸ ਵੇਲੇ ਅਮਿਤ ਸ਼ਾਹ ਹੋਣਾ ਨੇ ਰੁਪਈਆ ਇੰਨਾ ਇਕੱਠਾ ਕਰ ਲਿਆ ਵੀ ਉਹ ਭਾਵੇਂ ਬਾਈ ਹੋਕਰ ਕਰੁੱਕ ਵੀ ਇੱਕ MLA 25-25 ਕਰੋੜ ਦਾ ਖਰੀਦ ਲੈਂਦੇ, ਤੇ ਇੱਕ ਨੇਤਾ ਇਹਨਾਂ ਨੂੰ 100-200 ਕਰੋੜ ਦਾ ਖਰੀਦਣ 'ਚ ਕਿੱਡੀ ਕੁ ਵੱਡੀ ਗੱਲ ਆਉਣੀ ਹੈ। ਪੰਡਤ ਵੀ ਜਦੋਂ ਕਿਸੇ ਕੁੜੀ ਮੁੰਡੇ ਦਾ ਵਿਆਹ ਕਰਦੇ ਆ ਤੇ ਪਹਿਲਾਂ ਉਹ ਗੁਣ ਮੇਲਦੇ ਆ ਵੀ ਉਹ ਨਛੱਤਰ ਆਪਸ ਦੇ ਵਿੱਚ ਰਲਦੇ ਆ ਕਿ ਨਹੀਂ ਰਲਦੇ। ਸਹੀ ਗੱਲ।
ਤੇ ਇੱਥੇ ਤੇ 76 ਬੰਦਿਆਂ ਦੇ 16 ਪਾਸਿਆਂ ਨੂੰ ਜਾਣ ਡਏ ਆ। ਤੇ ਇਹ ਕੋਈ ਇੰਡੀਆ ਦੀ ਵੇਖੋ ਕਰਮ ਚੰਗੇ ਹੋਣ, ਕੋਈ ਇੰਡੀਆ ਦੀ ਡੈਮੋਕ੍ਰੇਸੀ ਬਚਣੀ ਹੋਵੇ ਤੇ ਠੀਕ ਹੈ, ਨਹੀਂ ਤੇ ਜਿਵੇਂ ਡਿਕਟੇਟਰਸ਼ਿਪ ਹੈਗੀ ਆ, ਜੇ ਇਹਨਾਂ 24 ਵਾਲੀ ਜਿੱਤ ਗਈ ਤੇ ਇਹਨਾਂ ਨੇ ਚੂੜੀ ਹੋਰ ਕੱਸ ਦੇਣੀ ਆ ਬਈ ਰੋਂਦੇ ਤੇ ਪਈ ਉਹ ਥੋੜਾ ਜਿਹਾ ਹੋਰ ਰੋ ਲੋਗੇ। नमस्कार, अस्सलामुअलैकुम, सत श्री अकाल। मैं हाँ कंवर संधू। इस वे नॉर्थ अमेरिका है मंगलवार की शाम, भारत च बुधवार की सवेर, नानकशाही संमत 555 हाड़ की अज 14 तरीक है और तुसी देख रहे जे तुहाडा अपना प्रोग्राम हैलो ग्लोबल पंजाब। ये प्रोग्राम ग्लोबल पंजाब टीवी ते चैनल पंजाबी ते इस वे लाइव टैलीकास्ट है। असीं इस वे ग्लोबल पंजाब टीवी के फेसबुक पेज उपर भी लाइव हैं और उन्होंने मेरे निजी कंवर संधू पेज उपर क्रॉस पोस्ट भी किया जा रहा। रोज़ वांगू OTT प्लेटफॉर्म जियो टीवी ते डेली हंट उपर भी इस प्रोग्राम नूं तुसीं देख सकते जे। कॉल इन शो आ, सो जे कॉल करनी होवे ते 2 नंबर्स ने जिहड़ी तुहाडी स्क्रीन ते आ रहे ने। कॉल तो इलावा तुसीं साडे फेसबुक पेज दे उपर जाके ग्लोबल पंजाब टीवी दे फेसबुक पेज उपर जाके भी अपने कॉमेंट्स पोस्ट कर सकते जे और शो विच असीं काफ़ी सारे कॉमेंट्स शेयर भी करते हैं। इस प्रोग्राम दे विच असीं जिहड़े बर्निंग इशूज़ आ, करंट इवेंट्स आ मुल्क दे, पंजाब दे, दुनिया दे, उन्हां ते गलबात करते हैं। तो अज आपां एक अहम राष्ट्री मसले ते गल करनी है। 2024 चोणां दे विच भाजपा नूं टक्कर देण वास्ते विरोधी धिरां इकट्ठे होण दीयां कोशिशां कर रहीआं ने। तुहानूं पता ही आ कि पहलों 2014 च ते फिर 2019 दे विच भाजपा ने मुल्क भर दे विच शानदार जित हासिल कीती सी और उस तो बाद फिर NDA दी यानी भाजपा दी सरकार जिहड़ी आ वो बनी सी। हुण कोशिशां हो रही वा भी सारे विरोधी धिर इकट्ठे होकर भाजपा नूं टक्कर देण। पिछले हफ्ते 23 तरीक नूं पटना दे विच 15 पार्टियां दे 32 आगू जिहड़े ने वो इकट्ठे होए, विचार वटांदरा उन्होंने कीता। कई गल्लां ते सहमति हुई, कई गल्लां ते असहमति यानी मतभेद भी सामने आए। हुण अगली मीटिंग जिहड़ी आ वो शिमला च 10 जुलाई नूं होण जा रही आ, जिथे सीटां दी वंड दी गल होऊगी, कॉमन मिनीमम प्रोग्राम बनाउण दी कोशिश की जाएगी। भाजपा ने ये जी पटना च मीटिंग हुई है इसका मजाक उड़ाया वा। उन्होंने कहा कि ये एक फोटो अपॉर्चुनिटी सी, फोटो खिचाने वास्ते सारे लीडर इकट्ठे होए सी, कोई इन्हां दी एकता का कोई चांस है नहीं। सो अज आप गल करांगे कि वाकई विरोधी धिरां जिहड़ियां वा वो अपने मतभेद दूर करके, डिफरेंसिस दूर करके वो भाजपा के खिलाफ इकट्ठियां हो सकदियां वा, कि भाजपा नूं 2024 चोणां दे विच टक्कर दे सकणगीआं। इहदे ते अज विचार वटांदरा करांगे। इस मीटिंग दे विच मैं जिवें दस्सिया भी कई गल्लां दे उत्ते सहमति जताई गई। उन्होंने लगा कि वाकई सानूं इकट्ठे होण दी लोड़ आ। उन्हां दे मुताबक भाजपा देश का नुकसान कर रहा वा, देश दे विच जिहड़ी धर्म निरपक्षता और होर कई गल्लां सी उन्हां नूं नुकसान पहुँचा रहा वा और उन्हां दी कोशिश है भी सारे इकट्ठे होकर भाजपा दा मुकाबला करिए। लेकिन कुछ मुश्किलां पटना दे विच सामने आईयां। सब तो वड्डी मुश्किल है आम आदमी पार्टी और कांग्रेस के विचकार जिहड़े डिफरेंसिस ने। पंजाब दे विच कांग्रेस का इल्ज़ाम है कि आम आदमी पार्टी कांग्रेस के लीडरां नूं परेशान कर रही है, उन्हां दे खिलाफ गलत केस रजिस्टर कर रही है। आम आदमी पार्टी मंग कर रही है कि कांग्रेस अपना जिहड़ा सेंटर वालों ऑर्डीनेंस आया वा दिल्ली दे वास्ते, दिल्ली सरकार वास्ते, उहदे उत्ते अपनी जिहड़ी पोजीशन है वो क्लीयर करे। सो ये एक बहुत वड्डा मतभेद आ कांग्रेस और आम आदमी पार्टी दे विच। पटना दे विच नैशनल कॉन्फ्रेंस के लीडर उमर अब्दुल्ला ने आप नूं याद कराया कि तुसीं भी जदों जम्मू एंड कश्मीर 370 धारा नूं खत्म किया गया तो तुसीं आम आदमी पार्टी ने उदों भाजपा की मदद की सी। सो कई गल्लां दे विच आपस दे विच इन्हां दे मतभेद ने, लेकिन एक गल तो सारे क्लीयर ने कि सानू भाजपा के खिलाफ इकट्ठे होना चाहिए वा। कि ये वाकई हो सकणगे। जिहड़ी पटना च मीटिंग हुई ये नीतीश कुमार की बहुत वड्डी एक तरीके नाल प्राप्ति सी कि वो 15 पार्टियां दे लीडरां नूं इकट्ठे कर सके और इहदे विच कांग्रेस, TMC, तृणमूल कांग्रेस, SP, समाजवादी पार्टी वर्गियां पार्टियां भी इत्थे इकट्ठियां होईयां। ये पार्टियां वो ने जिहड़ा एक दूजे दे खिलाफ इलैक्शन लड़दी रहीआं। लेकिन हाली बहुत वड्डी चैलेंज जिहड़ी है
ਚੁਣੌਤੀ ਆ ਕਿ ਕਈ ਹੋਰ ਪਾਰਟੀਆਂ ਜਿਹੜੀਆਂ ਹਾਲੀ ਨਾਲ ਨਹੀਂ ਉਹਨਾਂ ਨੂੰ ਇਹ ਕੀ ਜਿਹੜਾ ਵਿਰੋਧੀਆਂ ਦਾ ਗੱਠ ਜੋੜਿਆ ਉਹਦੇ 'ਚ ਇਕੱਠਾ ਕਰ ਸਕਣਗੀਆਂ। BJD ਬੀਜੂ ਜਨਤਾ ਦਲ ਜਿਹੜੀ ਉੜੀਸਾ ਦੀ ਪਾਰਟੀ ਆ ਕੀ ਉਹ ਇਹਨਾਂ ਦੇ ਨਾਲ ਰਲੂਗੀ। ਭਾਰਤ ਰਾਸ਼ਟਰੀ ਸਮਿਤੀ ਜਿਹੜੀ ਤੇਲੰਗਾਨਾ ਦੀ ਪਾਰਟੀ ਆ ਉਹ ਇਹਨਾਂ ਦੇ ਨਾਲ ਰਲੂਗੀ। ਇਸੇ ਤਰ੍ਹਾਂ ਆਂਧਰਾ ਦੀਆਂ ਪਾਰਟੀਆਂ TDP YSRCP ਔਰ ਦੇਵਗੌੜਾ ਦੀ ਜਨਤਾ ਦਲ ਸੈਕੂਲਰ ਉਹ ਹਾਲੀ ਇਸ ਮੀਟਿੰਗ ਸ਼ਾਮਲ ਨਹੀਂ ਹੋਈਆਂ ਕਿ ਅੱਗੇ ਤੋਂ ਜਾਂ ਅਗਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੀਆਂ। ਸੋ ਬਹੁਤ ਸਾਰੀਆਂ ਚੁਣੌਤੀਆਂ ਨੇ ਲੇਕਿਨ ਫਿਰ ਵੀ ਇੱਕ ਸ਼ੁਰੂਆਤ ਜ਼ਰੂਰ ਹੋਈ। ਪਟਨਾ ਦੇ ਵਿੱਚ ਵਿਰੋਧੀ ਧਿਰਾਂ 15 ਪਾਰਟੀਆਂ ਇਕੱਠੀਆਂ ਹੋਈਆਂ ਲੇਕਿਨ ਸਾਹਮਣੇ ਡਿਫਰੈਂਸਿਸ ਵੀ ਆਏ। ਸੋ ਵੱਡਾ ਮਸਲਾ ਇਹ ਵਾ ਕਿ ਜਿਹੜੀਆਂ ਹੁਣ ਚੋਣਾਂ ਹੋਣੀਆਂ ਵਾ 2023 ਦੇ ਵਿੱਚ 4 ਅਸੈਂਬਲੀ ਚੋਣਾਂ ਵੀ ਹੋਣੀਆਂ ਵਾ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ। ਇਹਦੇ 'ਚ ਇਹ ਵਿਰੋਧੀ ਧਿਰ ਕੀ ਸਟ੍ਰੈਟਜੀ ਅਪਣਾਉਣਗੇ? ਕੀ ਇਹ ਭਾਜਪਾ ਦੇ ਖਿਲਾਫ ਇਕੱਠੇ ਹੋ ਕੇ ਇਲੈਕਸ਼ਨ ਲੜਨਗੇ? ਕੀ ਸੀਟਾਂ ਦੀ ਸਹਿਮਤੀ ਹੋ ਸਕੂਗੀ? ਇਸ ਵੇਲੇ ਭਾਰਤੀ ਜਨਤਾ ਪਾਰਟੀ ਟੋਟਲ 14 ਸਟੇਟਾਂ ਦੇ ਵਿੱਚ ਰਾਜ ਕਰ ਰਹੀ ਹੈ, 10 ਦੇ ਵਿੱਚ ਆਪਣੇ ਬਲਬੂਤੇ ਤੇ ਔਰ 4 ਦੇ ਵਿੱਚ ਗੱਠਜੋੜ ਦੇ ਨਾਲ। ਭਾਜਪਾ ਵਾਸਤੇ ਵੱਡਾ ਨੁਕਸਾਨ ਹੋਇਆ ਪਿਛਲੇ ਸਾਲ ਕੁਝ ਹਫ਼ਤੇ ਪਹਿਲਾਂ ਜਦੋਂ ਕਰਨਾਟਕਾ ਦੀ ਚੋਣ ਉਹ ਹਾਰ ਗਏ। ਕਾਂਗਰਸ ਇਸ ਵੇਲੇ 7 ਸਟੇਟਾਂ ਦੇ ਵਿੱਚ ਸੱਤਾ ਦੇ ਵਿੱਚ 4 ਦੇ ਵਿੱਚ ਆਪਣੇ ਬਲਬੂਤੇ ਤੇ 3 ਦੇ ਵਿੱਚ ਅਲਾਇੰਸ ਦੇ ਨਾਲ ਔਰ ਆਮ ਆਦਮੀ ਪਾਰਟੀ ਦਿੱਲੀ ਔਰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ। ਸੋ 2024 ਦੀਆਂ ਚੋਣਾਂ ਬਹੁਤ ਦਿਲਚਸਪ ਚੋਣਾਂ ਹੋਣ ਜਾ ਰਹੀਆਂ ਨੇ। ਕੀ ਭਾਜਪਾ ਪਹਿਲੀਆਂ ਪਿਛਲੀਆਂ 2 ਚੋਣਾਂ ਵਾਂਗੂ ਵੱਡੀ ਜਿੱਤ ਪ੍ਰਾਪਤ ਕਰੂਗੀ ਜਾਂ ਆਪੋਜੀਸ਼ਨ ਵਾਕਈ ਉਹਨਾਂ ਨੂੰ ਟੱਕਰ ਦੇ ਸਕੇਗੀ? ਦੇਖਦੇ ਹਾਂ ਸਾਡੇ ਪਹਿਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਸੰਧੂ ਜੀ। ਸੰਧੂ ਸਾਹਿਬ, ਵਿਰੋਧੀ ਪਾਰਟੀਆਂ ਜਾਂ ਜਿਹੜੀਆਂ ਖੇਤਰੀ ਪਾਰਟੀਆਂ ਜੀ ਉਹਨਾਂ ਦੀ ਮਜਬੂਰੀ ਬਣ ਗਈ ਆ ਵੀ ਹੁਣ ਇਕੱਠੇ ਹੋਣ। ਅੱਛਾ। ਤੇ ਜਿਹੜੀ ਰਹੀ ਇਹਦੀ ਆਮ ਆਦਮੀ ਪਾਰਟੀ ਦੀ ਗੱਲ, ਇਹ ਤਾਂ ਹੁਣ ਖੁਦ ਹੀ ਦਿਸਣ ਡਈ ਆ। ਲੱਗੇ ਜਿਹੜੇ ਇਲਜ਼ਾਮ ਲੱਗਦੇ ਕਿ ਭਾਜਪਾ ਦੀ B ਟੀਮ ਜਾਂ ਆਪੇ B ਟੀਮ ਨਜ਼ਰ ਆਉਣ ਡਈ ਆ ਕਿ ਜਦੋਂ ਦੂਜੇ ਕੁਛ ਨਾ ਕੁਛ ਝੋਗੇ ਆ, ਕੁਛ ਨਾ ਕੁਛ ਸਮਝੌਤੇ ਕਰ ਚੁੱਕੇ ਤਾਂ ਤੁਸੀਂ ਇੱਕੇ ਗੱਲ ਤੇ ਜੜੇ ਜੇ। ਫਿਰ ਕਿਸੇ ਦੀ ਗੱਲ ਸੁਣੋ ਵੀ, ਜਦੋਂ ਤੁਸੀਂ ਜੰਮੂ ਵਾਲੇ ਦਾ ਪੈਰ ਮਿੱਧਿਆ ਧਾਰਾ 370 ਦੇ ਵਿੱਚ, ਫਿਰ ਅਗਲਿਆਂ ਤੁਹਾਨੂੰ ਸੁਣਾਉਣੀਆਂ ਤੇ ਆਈਆਂ ਸੁਣ ਲਓ, ਤੁਸੀਂ ਸੁਣਨ ਨੂੰ ਵੀ ਤਿਆਰ ਨਹੀਂ ਜੇ। ਤੁਸੀਂ ਕੱਲ ਦੀ ਜੰਮੀ ਪਾਰਟੀ ਤੁਸੀਂ ਆਂਦੇ ਵੀ ਸਾਰੇ ਸਟੇਟ ਦੀਆਂ ਵਿਰੋਧੀ ਪਾਰਟੀਆਂ ਸਾਡੀ ਵਿਚਾਰਧਾਰਾ ਨਾਲ ਚੱਲ ਪੈਣ, ਕਿੱਦਾਂ ਚੱਲਣਗੀਆਂ ਜੀ? ਮੈਨੂੰ ਜਾਪਦਾ ਵੀ ਕੁਛ ਨਾ ਕੁਛ ਵਿਰੋਧੀ ਪਾਰਟੀਆਂ 2024 ਦੇ ਵਿੱਚ ਚੰਗੀ ਪਰਫਾਰਮੈਂਸ ਕਰਨਗੀਆਂ, ਅੱਗੇ ਨਾਲੋਂ ਬਿਹਤਰ ਹੋਊਗਾ। ਤੇ ਜਿਹੜੀ ਗੱਲ ਮੋਦੀ ਜੀ ਦੀ ਆ, ਮੋਦੀ ਜੀ ਦਾ ਜਿਹੜਾ ਅੱਗੇ ਬੋਲਬਾਲਾ ਸੀ ਨਾ, ਜਿਸ ਤਰ੍ਹਾਂ ਵੀ ਪਾਕਿਸਤਾਨ ਨੂੰ ਭੰਡਣਾ, ਨੈਸ਼ਨਲਿਜ਼ਮ ਨੂੰ ਅੱਗੇ ਲੈ ਕੇ ਆਉਣਾ, ਅੱਗੇ ਨਾਲੋਂ ਲੋਕਾਂ ਨੂੰ ਫਰਕ ਜਾਪਦਾ ਵੀ ਇਹ ਜੁਮਲੇ 'ਚ ਹੀ ਸੀ, ਗੱਲ ਕੋਈ ਨਹੀਂ ਗਈ। ਹੁਣ ਬਾਕੀ ਦਾ 2024 ਦੱਸੋ। ਦਲਜੀਤ ਸੰਧੂ ਜੀ, ਤੁਸੀਂ 370 ਧਾਰਾ ਦੀ ਗੱਲ ਕੀਤੀ ਆ। ਜਦੋਂ ਇਹ ਧਾਰਾ ਉਡਾਈ ਗਈ ਸੀ ਮੈਂ ਉਦੋਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਔਰ ਵਿਧਾਨ ਸਭਾ ਦੇ ਵਿੱਚ ਤੁਸੀਂ ਹੈਰਾਨ ਹੋ ਗਏ, ਮੈਂ ਇਕੱਲਾ ਹੀ ਸੀ ਜਿਹਨੇ ਮਸਲਾ ਚੁੱਕਿਆ। ਉਦੋਂ ਕਾਂਗਰਸ ਨੇ ਵੀ ਚੁੱਪੀ ਧਾਰੀ ਸੀਗੀ, ਆਮ ਆਦਮੀ ਪਾਰਟੀ ਨੇ ਤੇ ਧਾਰੀ ਸੀ, ਲੇਕਿਨ ਕਾਂਗਰਸ ਵੀ ਇਸ ਮੁੱਦੇ ਨੂੰ ਲਿਆਉਣ ਨੂੰ ਤਿਆਰ ਨਹੀਂ ਸੀ ਔਰ ਮੇਰਾ ਮਜ਼ਾਕ ਉਡਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਬਤੌਰ CM ਮੇਰਾ ਮਜ਼ਾਕ ਉਡਾਇਆ ਕਿ ਤੁਸੀਂ ਕਿਹੜੀ ਗੱਲ ਕਰ ਰਹੇ ਜੇ, ਤੁਸੀਂ ਕਿਹੜੇ ਪਾਸੇ ਜੇ, ਤੁਹਾਡੀ ਪਾਰਟੀ ਉਹਦਾ ਸਮਰਥਨ ਕਰ ਰਹੀ ਹੈ ਤੇ ਤੁਸੀਂ ਇੱਥੇ ਬੋਲ ਰਹੇ ਜੇ ਉਹਦੇ ਖਿਲਾਫ। ਸੋ ਇਹ ਸਾਰੀਆਂ ਹੀ ਪਾਰਟੀਆਂ ਉਹਦੇ 370 ਧਾਰਾ ਨੂੰ ਖਤਮ ਕਰਨ ਦੇ ਗੁਨਾਹਗਾਰ ਆ। ਸੋ ਸਿਰਫ ਆਮ ਆਦਮੀ ਪਾਰਟੀ ਨਹੀਂ। ਮੀਨਵਾਈਲ ਇੰਦਰਜੀਤ ਸਿੰਘ ਉਮਰਪੁਰੀ ਔਰ ਸਿੰਘ ਸਰਾਮ ਹੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਨੇ। ਇੰਦਰਜੀਤ ਸਿੰਘ ਉਮਰਪੁਰੀ ਕਹਿ ਰਹੇ ਨੇ, ਦੇਸ਼ ਦੇ ਧਰਮ ਨਿਰਪੱਖ ਅਕਸ ਨੂੰ ਬਚਾਉਣ ਲਈ ਵਿਰੋਧੀ ਦਲਾਂ ਦਾ ਇਕੱਠੇ ਹੋ ਕੇ 2024 ਵਿੱਚ ਭਾਜਪਾ ਨੂੰ ਟੱਕਰ ਦੇਣਾ ਬਹੁਤ ਜ਼ਰੂਰੀ ਹੈ। ਸ਼ੁਰੂਆਤ ਤਾਂ ਚੰਗੀ ਹੋਈ ਆ, ਜੇਕਰ ਪਾਰਟੀ ਦੇ ਵਿਅਕਤੀਗਤ ਮੋਹ ਨੂੰ ਛੱਡ ਕੇ ਦੇਸ਼ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਗਈ ਤਾਂ ਕੁਝ ਨਾ ਕੁਝ ਸਫਲਤਾ ਜ਼ਰੂਰ ਹੱਥ ਲੱਗੇਗੀ। ਪਰ ਉਮਰਪੁਰੀ ਜੀ, ਉਹਦੇ 'ਚ ਬਹੁਤ ਕੁਝ ਸੈਕਰੀਫਾਈਸ ਕਰਨਾ ਪੈਣਾ। ਪਹਿਲਾਂ ਤਾਂ ਹੁਣ 4 ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਵਾ, ਇਹਦੇ 'ਚ ਵਾਕਈ ਪਾਰਟੀਆਂ ਜਿਹੜੀਆਂ ਵਾ ਆਪਸ ਦੇ ਵਿੱਚ ਸੀਟਾਂ ਦੀ ਵੰਡ ਕਰ ਸਕਣਗੀਆਂ? ਬਹੁਤ ਵੱਡਾ ਸਵਾਲ ਹੈ। ਮੀਨਵਾਈਲ ਸਿੰਘ ਸਰਾਂ ਦਾ ਕਮੈਂਟ ਆਇਆ ਵਾ ਫੇਸਬੁੱਕ ਦੇ ਉੱਪਰ, ਉਹ ਕਹਿ ਰਹੇ ਨੇ ਵਿਰੋਧੀਆਂ ਪਾਰਟੀਆਂ ਇਕੱਠੀਆਂ ਨਹੀਂ ਹੋ ਸਕਦੀਆਂ ਕਿਉਂਕਿ ਕੇਜਰੀਵਾਲ ਆਪ PM ਬਣਨਾ ਚਾਹੁੰਦਾ ਹੈ, ਪਰ ਵਿਰੋਧੀਆਂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੋਣਗੀਆਂ। ਵਿਰੋਧੀ ਪਾਰਟੀ RSS ਦੇ ਸੰਪਰਕ ਵਿੱਚ ਨਹੀਂ ਹਨ। ਕੇਜਰੀਵਾਲ ਅਤੇ ਭਾਜਪਾ RSS ਦੇ ਸੰਪਰਕ ਵਿੱਚ ਹਨ। ਸੋ ਸਿੰਘ ਸਰਾਂ ਦਾ ਖਿਆਲ ਆ ਕਿ ਜੋ ਹੁਣੇ ਦਲਜੀਤ ਸੰਧੂ ਕਹਿ ਕੇ ਗਏ ਆ ਕਿ ਭਾਜਪਾ ਦੀ ਆਮ ਆਦਮੀ ਪਾਰਟੀ ਇੱਕ ਤਰੀਕੇ ਦੀ B ਟੀਮ ਆ, ਦੋਵੇਂ RSS ਦੇ ਸੰਪਰਕ ਦੇ ਵਿੱਚ ਨੇ, ਇਹ ਸਿੰਘ ਸਰਾਂ ਦਾ ਕਹਿਣਾ ਵਾ। ਮੀਨਵਾਈਲ ਸਤਿੰਦਰ ਮਾਹਲ, ਮਿਸਕੀ ਗੁਪਤਾ, ਜਸਵਿੰਦਰ ਸਿੰਘ, ਅਵਤਾਰ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਸਵਾਗਤ ਹੈ। ਅਵਤਾਰ ਢਿੱਲੋਂ ਕਹਿ ਰਹੇ ਨੇ
कि केजरीवाल किसी नाल अलायंस नहीं कर सकता, उसका मतलब तो अपना ऑर्डीनेंस रद्द कराने का होर उहदा कोई मतलब नहीं। ये अवतार सिंह ढिल्लों का विचार है। विल टेक द नेक्स्ट कॉल। हेलो संधू साहब सत श्री अकाल। प्यारा सत श्री अकाल प्यारा सिंह जी। संधू साहब जो पहले कालर ने जब विचार रखे आ लगभग सारे वो सही है, पर मेरा तो ख्याल है हुण देश में जाग लेना चाहिए, अंध भगतों को जागना चाहिए। 24 तो पहले आपोजिशन भी इकट्ठे होना चाहिए, नहीं तो 24 तो बाद देश वास्ते खतरे की घंटी है। धन्यवाद। मेहरबानी जी। अपोजिशन इकट्ठे होना चाहिए, पर पार्टियां दे अपने लीडर ही इकट्ठे नहीं हो सकते। तुसीं पंजाब कांग्रेस का ही हाल वेख लिया वा, उन्होंने अपने लीडर ही आपस दे विच इकट्ठे नहीं गए नज़र आउंदे। 2022 चोणां शायद हारे ही इसे करके भी वो लीडर आपस इकट्ठे ही नहीं हो सके। देखते हैं हुण गांह इकट्ठे हुंदे आ कि नहीं हुंदे। सो पटना 'च एक चंगी शुरुआत हुई, देखते हैं अगे इहनूं ये किहड़े पासे नूं वधदी है। विल टेक द नेक्स्ट कॉल। हेलो सत श्री अकाल जी। सत श्री अकाल मल्होत्रा जी। अर्ज ये है जी कि मैं 3-4 पॉइंट दसांगा कि मोदी जी फिर क्यों आ सकते हैं। ਉਹਦਾ ਕਾਰਨ ਹੈ ਜੀ ਨੰਬਰ 1 ਪੁਆਇੰਟ ਇਹ ਹੈ ਜੀ ਕਿ ਇਹਦੇ ਕੋਈ ਸ਼ੱਕ ਨਹੀਂ ਕਿ ਮੋਦੀ ਜੀ ਦੀ ਬਾਹਰ ਦੀ ਪੋਜੀਸ਼ਨ ਬਹੁਤ ਅੱਛੀ ਹੈ ਔਰ ਇੰਨੀ ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਇੰਡੀਆ ਦੀ ਨਹੀਂ ਹੋਈ ਜੋ ਬਾਹਰ ਦੀ ਪੋਜੀਸ਼ਨ ਅੱਛੀ ਹੈ। ਓਕੇ। ਉਹਦੇ ਨਾਲ ਇਹ ਕਿ ਜਿਹੜੇ ਸਿਵਲਾਈਜ਼ਡ ਪਰਸਨ ਆ ਜਿਹੜੇ ਉਹਨਾਂ ਨੇ ਮੋਦੀ ਨੂੰ ਪ੍ਰੈਫਰ ਕਰਨਾ, ਉਹਨਾਂ ਨੇ ਵੋਟ ਪਾਣੀ ਹੈ। ਨੰਬਰ 2 ਜਿਹੜਾ ਇਹ ਮੰਦਰ ਦੀ ਓਪਨਿੰਗ ਕਰ ਰਹੇ ਆ ਬਿਲਕੁਲ ਵੋਟਾਂ ਤੋਂ ਪਹਿਲਾਂ ਕਰ ਰਹੇ ਆ। ਜਿਹੜਾ ਮਿਡਲ ਕਲਾਸ ਤੇ ਲੋ ਕਲਾਸ ਪਰਸਨ ਹੈ ਹਿੰਦੂ ਕਮਿਊਨਿਟੀ ਇੱਕ ਕਮਿਊਨਿਟੀ ਉਹਨਾਂ ਨੇ ਸਾਰਿਆਂ ਨੇ ਖੁਸ਼ੀ ਵਿੱਚ ਹੀ ਦਾ ਇਹਨਾਂ ਨੂੰ ਵੋਟਾਂ ਪਾਣੀਆਂ ਹੀ ਪਾਣੀਆਂ। ਨੰਬਰ 3 ਇਹਨਾਂ ਨੇ ਕੋਈ ਨਾ ਕੋਈ ਰਿਓੜੀ ਬਣ ਦੇਣੀ ਹੁਣ ਅਖੀਰ ਵੇਖਣਾ 6 ਮਹੀਨੇ ਵਿੱਚ ਜਿੱਦਾਂ ਕੇਸਰੀਵਾਲ ਨੇ ਬਿਜਲੀ ਫ੍ਰੀ ਕਰਤੀ ਹੈ ਨਾ, ਇਹਨਾਂ ਨੇ ਕੋਈ ਨਾ ਕੋਈ ਐਸੀ ਚੀਜ਼ ਬਣਨੀ ਹੈ ਜਿਹਦੇ ਨਾਲ ਸਾਰਿਆਂ ਦੀ ਅਟਰੈਕਸ਼ਨ ਖਿੱਚ ਲੈਣੀ ਹੈ। ਇਹ ਨਾਲ ਕੀ ਹੋਣਾ ਜੀ ਕਿ ਮੋਦੀ ਸਾਹਿਬ ਦੇ ਬੀਜੇਪੀ ਦੇ ਫੇਵਰ ਸਭ ਨੇ ਆ ਜਾਣਾ। ਹੁਣ ਰਹਿ ਗਈ ਗੱਲ ਕਿ ਕੁਝ ਸਟੇਟਾਂ ਤੇ ਜਿੱਥੇ ਜਿੱਦਾਂ ਕਿ ਪੰਜਾਬ ਹੋ ਗਿਆ ਤੇ ਇੱਕ ਹੋਰ ਸਟੇਟ ਹੋ ਗਈ ਜਾਂ ਕਿਧਰੇ ਕਹਿੰਦੇ ਇੰਜਨ ਦੀ ਸਰਕਾਰ, ਉਹਨਾਂ ਛੋਟੀਆਂ ਮੋਟੀਆਂ ਸਟੇਟਾਂ ਨਾਲ ਉਹਨਾਂ ਨੂੰ ਫਰਕ ਹੀ ਬਣਾ ਕਿ 300 ਕਿੰਨੀਆਂ ਸੀਟਾਂ ਹੈ ਤੇ ਜੇ 17 ਸੀਟਾਂ ਤੇ ਅਗਰ 4-5 ਲੈ ਵੀ ਜਾਣ ਨਹੀਂ ਵੀ ਲੈ ਜਾਣ ਜਾਂ ਕਿਸੇ ਤਰ੍ਹਾਂ ਬਾਂਬ ਰੋੜ ਕੇ ਲੈ ਲੈਣ, ਮੇਰੇ ਹਿਸਾਬ ਨਾਲ ਮੋਦੀ ਸਾਹਿਬ ਇਸ ਵਾਰੀ ਕੱਟ ਜਾਣਗੇ ਭਾਵੇਂ ਕੁਛ ਵੀ। ਮੈਨੂੰ ਇਹ ਦੱਸੋ ਮਲਹੋਤਰਾ ਜੀ, ਤੁਸੀਂ ਕਿਹਾ ਮੰਦਰ ਦੀ ਜਿਹੜੀ ਓਪਨਿੰਗ ਆ ਉਹਦਾ ਫਾਇਦਾ ਹੋਊਗਾ। ਕੱਲ ਪ੍ਰਧਾਨ ਮੰਤਰੀ ਮੋਦੀ ਨੇ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ। ਵੈਸੇ ਤਾਂ ਯੂਨੀਫਾਰਮ ਸਿਵਲ ਕੋਡ ਇੱਕ ਸੈਪਰੇਟ ਮਸਲਾ ਵਾ, ਮੈਂ ਲੈ ਕੇ ਆਊਂਗਾ ਅਗਲੇ ਦਿਨਾਂ ਦੇ ਵਿੱਚ, ਲੇਕਿਨ ਤੁਹਾਨੂੰ ਲੱਗਦਾ ਵਾ ਯੂਨੀਫਾਰਮ ਸਿਵਲ ਕੋਡ ਦਾ ਵੀ ਫਾਇਦਾ ਹੋਊਗਾ ਇਹਦੇ ਬਾਰੇ ਜਿਹੜੀ ਗੱਲ ਕਰ ਰਹੇ ਆ? ਨਹੀਂ ਇਹ ਚੱਕਰ ਇਹ ਹੈ ਜੀ ਬੜੀ ਕੁਝ ਮਿਨੋਰਟੀ ਜਿਹੜੀਆਂ ਹੈਗੀਆਂ ਜੀ ਉਹ ਇਹਨਾਂ ਦੇ ਫੇਵਰ 'ਚ ਨਹੀਂ ਗਿਆ, ਪਰ ਉਹ ਜਿੱਦਾਂ ਉਹਨਾਂ ਦਾ ਲੈਕਚਰ ਸੀ ਸੁਣਨ ਵਾਲਾ ਸੀਗਾ ਕਿ ਇੱਕ ਘਰ 'ਚ 2 ਰੂਲਿੰਗ ਕਿੱਦਾਂ ਹੋ ਸਕਦਾ ਹੈ ਜਾਂ ਇਹ ਕਿੱਦਾਂ ਹੋ ਸਕਦਾ ਹੈ, ਇਹ ਉਹਦਾ ਕੁਝ ਬੰਦਿਆਂ ਨੂੰ ਫੇਵਰ ਵੀ ਜਾਏਗਾ, ਕੁਝ ਮਿਨੋਰਟੀ ਨੂੰ ਮਗਰ ਅਗੇਂਸਟ ਚਲੇ ਵੀ ਜਾਣ ਤਾਂ ਉਹਦਾ ਫਰਕ ਪੈਣ ਵਾਲਾ ਨਹੀਂ ਮੇਰੇ ਹਿਸਾਬ ਸੇ। ਓਕੇ ਓਕੇ। ਸੋ ਯੂਨੀਫਾਰਮ ਸਿਵਲ ਕੋਡ ਕਰਕੇ ਕੁਝ ਮਾਈਨੋਰਿਟੀਜ਼ ਨਾਰਾਜ਼ ਹੋਣਗੀਆਂ, ਪਰ ਸ਼ਾਇਦ ਉਹ ਮਾਈਨੋਰਿਟੀਜ਼ ਤਾਂ ਪਹਿਲਾਂ ਹੀ ਨਾਲ ਨਹੀਂ ਗਈਆਂ, ਸੋ ਇਸ ਕਰਕੇ ਉਹਦਾ ਫਾਇਦਾ ਜਿਹੜਾ ਵਾ ਨੁਕਸਾਨ ਉਹਦਾ ਕੋਈ ਨਹੀਂ ਹੋਊਗਾ। ਹਾਂ ਜਿਹੜਾ ਇੱਕ ਧਰਮ ਜਿਹੜਾ ਮੈਜੋਰਿਟੀ ਪਾਰਟੀ ਹੈ, ਮੈਜੋਰਿਟੀ ਭਾਈਚਾਰਾ ਵਾ, ਉਹ ਤੁਹਾਡੇ ਨਾਲ ਜ਼ਰੂਰ ਹੋਰ ਜੁੜੇਗਾ ਕਿ ਇਹ ਇੱਕ ਚੰਗੀ ਗੱਲ ਕਰਨ ਜਾ ਰਹੇ ਆ। ਲਾਲ ਸਿੰਘ ਬੁਢਲਾਡਾ ਵੀ ਸਾਡੇ ਨਾਲ ਫੇਸਬੁੱਕ 'ਤੇ ਜੁੜ ਗਏ ਨੇ। ਸਵਾਗਤ ਹੈ ਜੀ ਲਾਲ ਸਿੰਘ ਜੀ ਤੁਹਾਡਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਅੱਜ ਵਾਲੇ ਮਸਲੇ ਤੇ ਵਿਰੋਧੀ ਧਿਰਾਂ ਦੀ ਏਕਤਾ ਬਾਰੇ ਕੀ ਕਹਿਣਾ ਚਾਹੁੰਦੇ ਆ। ਹੈਲੋ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਲਦੇਵ ਸ਼ੀਨਾ ਜੀ। ਹਾਂਜੀ ਸੰਧੂ ਸਾਹਿਬ ਬੇਨਤੀ ਇਸ ਤਰ੍ਹਾਂ ਆ ਵੀ ਚਲੋ ਆਪਾਂ ਹੁਣ ਤਾਂ ਗੱਲ ਕੀਤੀ ਹੈ ਮਲਹੋਤਰਾ ਸਾਹਿਬ ਨੇ ਵੀ ਮੋਦੀ ਸਾਹਿਬ ਜੀ ਮੁੱਗੇ ਫੇਰ 4 ਪੁਆਇੰਟ ਹੈਗੇ ਆਉਣ ਦੇ ਜੀ। ਗੱਲ ਆਉਣ ਦੀ ਨਹੀਂ ਹੈਗੀ, ਗੱਲ ਹੈਗੀ ਆ ਕਿ ਉਹਦੇ ਨਾ ਆਉਣ ਦੀ, ਕਿਉਂਕਿ ਜੇ ਆਪਾਂ ਦੇਸ਼ ਬਾਰੇ ਸੋਚ ਰਹੇ ਹਾਂ ਨਾ, ਆਪਾਂ ਇੱਕ ਬੰਦੇ ਬਾਰੇ ਨਾ ਸੋਚੀਏ ਵੀ ਮੋਦੀ ਬਾਰੇ ਸੋਚੀਏ, ਆਪਾਂ ਨੂੰ ਸੋਚਣ ਦੀ ਲੋੜ ਹੈ ਦੇਸ਼ ਬਾਰੇ, ਕਿਉਂਕਿ ਜਿਸ ਰਾਹ ਦੇ ਉੱਤੇ ਮਤਲਬ ਭਾਜਪਾ ਚੱਲੀ ਹੋਈ ਆ ਉਹ 2 ਮੁੱਦੇ ਉਹਨਾਂ ਦੇ ਜਿਹੜੇ ਖਾਸ ਕਰਕੇ ਹੈਗੇ ਆ ਕਿ ਇੱਕ ਤਾਂ ਹਿੰਦੂ ਤੱਤ ਨੂੰ ਮਤਲਬ ਉਹਨਾਂ ਨੇ ਪ੍ਰਮੋਟ ਕਰਨ ਵਾਸਤੇ, ਤੇ ਦੂਸਰਾ ਜਿਹੜਾ ਹੈਗਾ ਕਾਰਪੋਰੇਟ ਲੋਕਾਂ ਨਾਲ ਸਾਂਝ ਇਹਨਾਂ ਦੀ, ਇਹ ਦੋਵੇਂ ਚੀਜ਼ਾਂ ਦੇਸ਼ ਦੇ ਹਿੱਤ ਵਿੱਚ ਨਹੀਂ ਜੀ ਹੈਗੀਆਂ। ਤੇ ਆਪਾਂ ਨੂੰ ਹੁਣ ਲੋੜ ਹੈਗੀ ਆ ਕਿ ਆਪਾਂ ਦੇਸ਼ ਦੇ ਹਿੱਤ ਸੋਚੀਏ, ਨਾ ਕਿ ਕਿਸੇ ਇੱਕ ਪਾਰਟੀ ਬਾਰੇ ਜਾਂ ਇੱਕ ਬੰਦੇ ਬਾਰੇ ਸੋਚੀਏ। ਤੇ ਦੂਸਰੀ ਗੱਲ ਇਹ ਹੈਗੀ ਆ ਜੀ ਵੀ ਜਿਹੜੀਆਂ ਇਸ ਵੇਲੇ ਲੋੜ ਹੈਗੀ ਆ ਦੇਸ਼ ਵਿੱਚ ਤਬਦੀਲ ਲੋੜ ਹੈਗੀ ਆ, ਕਿਉਂਕਿ ਭਾਜਪਾ ਜਿਸ ਗਲਤ ਰਾਹ 'ਤੇ ਚੱਲੀ ਹੋਈ ਆ ਉਹਨੂੰ ਰੋਕਣ ਦੀ ਲੋੜ ਆ। ਤੇ ਉਹਦੇ ਵਾਸਤੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਨੇ ਸਾਰੇ ਦੇਸ਼ ਦੀਆਂ, ਚਾਹੇ ਉਹ ਖੇਤਰੀ ਪਾਰਟੀਆਂ ਨੇ ਚਾਹੇ ਉਹ ਨੈਸ਼ਨਲ ਪਾਰਟੀਆਂ ਨੇ, ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਜੀ। ਤੇ ਇਹ ਚੰਗੀ ਸ਼ੁਰੂਆਤ ਹੋਈ ਆ ਤੇ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ, ਕਿਉਂਕਿ ਆਪਾਂ ਜਦੋਂ ਕਿਸੇ ਦੁਸ਼ਮਣ ਨੂੰ ਵੱਡੇ ਨੂੰ ਹਰਾਉਣਾ ਹੋਏ ਨਾ ਤੇ ਫਿਰ ਆਪਾਂ ਨੂੰ ਕਿਹੜਾ ਛੋਟੇ ਦੁਸ਼ਮਣ ਦੇ ਨਾਲ ਸਾਂਝ ਵੀ ਪਾਉਣੀ ਪੈਂਦੀ ਆ।
ਠੀਕ ਨਹੀਂ। ਇਸ ਕਰਕੇ ਜੇ ਛੋਟੀਆਂ ਮੋਟੀਆਂ ਗੱਲਾਂ ਇਹਨਾਂ ਲੋਕ ਕਿਹੜੇ ਪਾਰਟੀਆਂ 'ਚ ਹੈਗੀਆਂ ਵੀ ਨੇ ਉਹਨਾਂ ਨੂੰ ਭੁੱਲ ਕੇ ਤਿਆਗ ਆਪਣੇ ਤਿਆਗ ਦੀ ਹੋਣੀ ਚਾਹੀਦੀ ਹੈ ਕਿ ਮੈਂ ਅਗਰ ਮੈਨੂੰ ਆਪਣੀਆਂ ਸੀਟਾਂ ਛੱਡਣੀਆਂ ਪੈਣਗੀਆਂ ਮੈਂ ਘੱਟ ਸੀਟਾਂ ਲੈ ਲੂੰਗਾ। ਤੇ ਇਹ ਸਾਰੀਆਂ ਗੱਲਾਂ ਇਹਨੂੰ ਮਤਲਬ ਸਮਝ ਰੱਖ ਕੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਆ ਔਰ ਇਕੱਠੇ ਹੋ ਕੇ ਇਸ ਵਾਰੀ ਭਾਜਪਾ ਨੂੰ ਹਰਾਉਣ ਦੀ ਬਹੁਤ ਜ਼ਰੂਰਤ ਆ। ਤੇ ਆਪਾਂ ਨੂੰ ਲੋੜ ਆ ਕਿ ਇਹ ਜਿਹੜਾ ਦੇਸ਼ ਜਦੋਂ ਆਪਾਂ ਦੇਸ਼ ਨੂੰ ਧਰਮ ਦੇ ਉੱਤੇ ਨਾ ਚਲਾਈਏ ਬਲਕਿ ਦੇਸ਼ ਨੂੰ ਆਪਾਂ ਇੱਕ ਚੰਗੀ ਡਿਵੈਲਪਮੈਂਟ ਤੇ ਚਲਾਈਏ ਜੀ। ਥੈਂਕ ਯੂ ਵੈਰੀ ਮਚ ਜੀ। ਮਿਹਰਬਾਨੀ ਥੈਂਕ ਯੂ। ਬਾਬਾ ਜ਼ੀਰਾ, ਮਿਸਕੀ ਗੁਪਤਾ, ਦਿਲਜੀਤ ਸੰਧੂ, ਦਰਸ਼ਨ ਧਾਲੀਵਾਲ, ਰਾਜਾ ਅਟਵਾਲ ਇਹ ਵੀ ਸਾਡੇ ਨਾਲ ਜੁੜੇ ਨੇ, ਸਵਾਗਤ ਹੈ ਇਹਨਾਂ ਦਾ। ਹੁਣੇ ਦਿਲਜੀਤ ਸੰਧੂ ਤੇ ਮਿਸਕੀ ਗੁਪਤਾ ਨੇ ਪੁੱਛਿਆ ਕਿ UCC ਯੂਨੀਵਰਸਲ ਜਾਂ ਯੂਨੀਫਾਈਡ ਸਿਵਲ ਕੋਡ ਕੀ ਹੈ। ਇਹ ਬੇਸਿਕਲੀ UCC ਹੈ ਕਿ ਇੱਕੋ ਹੀ ਜਿਹੜਾ ਤੁਹਾਡਾ ਜਿਹੜੇ ਨਿੱਜੀ ਤੁਹਾਡੇ ਰੂਲਸ ਰੈਗੂਲੇਸ਼ਨਸ ਆ ਉਹ ਇੱਕੋ ਹੀ ਹੋਣੇ ਚਾਹੀਦੇ ਆ। ਵਿਆਹ ਸ਼ਾਦੀ ਦਾ ਇੱਕੋ ਹੀ ਸਿਸਟਮ ਹੋਣਾ ਚਾਹੀਦਾ ਵਾ, ਤਲਾਕ ਦਾ ਇੱਕੋ ਹੀ ਸਿਸਟਮ ਹੋਣਾ ਚਾਹੀਦਾ, ਪ੍ਰੋਪਰਟੀ ਇਨਹੈਰੀਟੈਂਸ ਦਾ ਇੱਕੋ ਹੀ ਸਿਸਟਮ ਹੋਣਾ ਚਾਹੀਦਾ ਵਾ। ਜਦੋਂ ਕੋਈ ਤਲਾਕ ਹੁੰਦਾ ਵਾ ਤਾਂ ਉਸ ਤੋਂ ਬਾਅਦ ਪ੍ਰੋਪਰਟੀ ਕਿਵੇਂ ਵੰਡੀ ਜਾਵੇ ਉਹਦਾ ਇੱਕੋ ਹੀ ਸਿਸਟਮ ਹੋਣਾ ਚਾਹੀਦਾ ਵਾ। ਸੋ ਇਹਨਾਂ ਗੱਲਾਂ ਨੂੰ ਲੈ ਕੇ ਹੁਣ ਇਸ ਵੇਲੇ ਕਈ ਸਟੇਟਾਂ ਦੇ ਵਿੱਚ ਜਾਂ ਕਈ ਧਰਮਾਂ ਦੇ ਵਿੱਚ ਵਿਆਹ ਸ਼ਾਦੀ ਦਾ ਜਾਂ ਪ੍ਰੋਪਰਟੀ ਇਨਹੈਰੀਟੈਂਸ ਦਾ ਇੱਕ ਵੱਖਰਾ ਸਿਸਟਮ ਆ। ਸੋ ਇਹ ਜਿਹੜਾ UCC ਆ ਯੂਨੀਫਾਈਡ ਸਿਵਲ ਕੋਡ ਜਾਂ ਯੂਨੀਵਰਸਲ ਸਿਵਲ ਕੋਡ ਇਹਦੇ ਮੁਤਾਬਕ ਇੱਕੋ ਹੀ ਰੂਲ ਹੋਊਗਾ, ਸਾਰੇ ਧਰਮਾਂ ਨੂੰ ਉਹਨੂੰ ਮੰਨਣਾ ਪਊਗਾ ਔਰ ਸਾਰਿਆਂ ਵਾਸਤੇ ਉਹੀ ਇੱਕੋ ਹੀ UCC ਜਿਹੜਾ ਵਾ ਉਹ ਲਾਗੂ ਹੋਵੇਗਾ। ਓਬਵੀਅਸਲੀ ਜਿਹੜੀਆਂ ਮਾਈਨੋਰਿਟੀਜ਼ ਆ ਖਾਸ ਕਰਕੇ ਮੁਸਲਿਮ ਭਾਈਚਾਰਾ ਜਾਂ ਹੋਰ ਵੀ ਕਈ ਸਿੱਖਾਂ ਦੇ ਵਿੱਚ ਵੀ ਇਹਦੇ ਬਾਰੇ ਡਿਫਰੈਂਸਿਸ ਨੇ, ਉਹ ਨਹੀਂ ਚਾਹੁੰਦੇ। ਉਹ ਚਾਹੁੰਦੇ ਨੇ ਕਿ ਸਾਡਾ ਧਰਮ ਜਿਹੜਾ ਵਾ ਇਹ ਇੱਕ ਵੱਖਰਾ ਧਰਮ ਆ ਔਰ ਇਹਦੇ ਆਪਣੇ ਰੂਲਸ ਰੈਗੂਲੇਸ਼ਨਸ ਹੋਣੇ ਚਾਹੀਦੇ ਆ। ਰੂਲਸ ਰੈਗੂਲੇਸ਼ਨਸ ਹੋਣ, ਆਪਣੇ ਆਪਣੇ ਧਰਮ ਹੋਣ, ਲੇਕਿਨ ਕੀ ਉਹਨਾਂ ਦਾ ਇੱਕ ਜਿਹੜਾ ਉਹਨਾਂ ਨੂੰ ਸਿਸਟਮ ਆਫ ਇਨਹੈਰੀਟੈਂਸ, ਸਿਸਟਮ ਆਫ ਡਿਵੋਰਸ, ਸਿਸਟਮ ਆਫ ਮੈਰਿਜ ਇਹ ਇੱਕ ਕਾਮਨ ਹੋਣਾ ਚਾਹੀਦਾ ਵਾ। ਇਹਦੇ ਬਾਰੇ ਇੱਕ ਨਵਾਂ ਰੂਲ ਲਿਆਉਣ ਦੀ, ਨਵਾਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੀਨਵਾਈਲ ਦਰਸ਼ਨ ਧਾਲੀਵਾਲ ਕਹਿ ਰਹੇ ਨੇ ਕਿ ਉਹਨਾਂ ਨੂੰ ਆਸ ਹੈ ਕਿ ਵੱਖਰੀਆਂ ਜਿਹੜੀਆਂ ਵਿਰੋਧੀ ਧਿਰਾਂ ਨਾਲ ਉਹ ਇਕੱਠੀਆਂ ਹੋ ਜਾਣਗੀਆਂ। ਜੇ ਇਕੱਠੀਆਂ ਹੋ ਜਾਣ ਤੇ ਭਾਜਪਾ ਜਿੱਤ ਨਹੀਂ ਸਕਦੀ। ਇਹ ਦਰਸ਼ਨ ਧਾਲੀਵਾਲ ਦਾ ਵਿਚਾਰ ਹੈ। ਸਿਕੰਦਰ ਸਿੰਘ ਔਜਲਾ ਦਾ ਕਮੈਂਟ ਆਇਆ ਵਾ ਕਿ ਟੱਕਰ ਤਾਂ ਦੇ ਦੇਣਗੀਆਂ ਜੇ ਜਿੱਤਣ ਤੋਂ ਬਾਅਦ ਖਿਲਾਰਾ ਨਾ ਪੈ ਗਿਆ ਇਹਨਾਂ ਦਾ। ਇੰਨੇ ਚੌਧਰੀ ਜਿਹੜੇ ਨੇ ਇੱਕ ਝੰਡੇ ਥੱਲੇ ਕਿਵੇਂ ਇਕੱਠੇ ਹੋਣਗੇ, ਇਹ ਉਹਨਾਂ ਦਾ ਵਿਚਾਰ ਹੈ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਪੂਰੀ ਤਰ੍ਹਾਂ ਹਿੰਦੂ ਰੀਤੀ ਰਿਵਾਜਾਂ ਨੂੰ ਲਾਗੂ ਕਰਨ ਲਈ ਇਹ ਲਿਆਂਦਾ ਜਾ ਰਿਹਾ ਵਾ UCC। ਰਾਜਾ ਅਟਵਾਲ, ਸਾਨੂੰ ਜੇ ਅੱਗੇ ਵਧਣਾ ਵਾ ਇੰਡੀਆ ਨੂੰ ਤੇ ਇੱਕ ਚੰਗਾ ਮੀਡੀਆ ਅੱਗੇ ਕਰਨ ਦੀ ਲੋੜ ਹੈ। ਇਹ ਰਾਜਾ ਅਟਵਾਲ ਦਾ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ, ਤੁਸੀਂ ਆਉਣੇ। ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਸ਼ੇਰਗਿਲ ਜੀ 2024 ਦੇ ਵਿੱਚ ਜੇ ਭਾਜਪਾ ਦੁਬਾਰਾ ਰਿਪੀਟ ਹੁੰਦੀ ਹੈ ਉਹ ਦੇਸ਼ ਲਈ ਖਤਰਨਾਕ ਹੋਊਗੀ। ਕਿਉਂਕਿ ਕਿਸੇ ਹਿੰਦੂ ਨੂੰ ਨੌਕਰੀ ਨਹੀਂ ਮਿਲੀ, ਕਿਸੇ ਨੂੰ ਕੁਝ ਨਹੀਂ ਮਿਲਿਆ। ਹਿੰਦੂ ਨੂੰ ਕੀ ਮੰਦਿਰ ਤੋਂ ਨੌਕਰੀ ਮਿਲੂਗੀ, ਕੀ ਸਿੱਖ ਨੂੰ ਗੁਰਦੁਆਰੇ ਤੋਂ ਨੌਕਰੀ ਮਿਲੂਗੀ, ਕੀ ਮੁਸਲਮਾਨ ਨੂੰ ਮਸਜਿਦ ਤੋਂ ਨੌਕਰੀ ਮਿਲੂਗੀ, ਕੋਈ ਡਿਗਰੀ ਮਿਲੂਗੀ। ਸਾਰੇ ਜਿਹੜੀ ਧਰਮਾਂ ਦੇ ਨਾਂ ਤੇ ਰਿਲੀਜਨ ਦੇ ਨਾਂ ਤੇ ਵੋਟ ਮੰਗੀ ਜਾਂਦੀ ਹੈ ਇਹ ਆਮ ਮਨੁੱਖ ਲਈ ਖਤਰਨਾਕ ਹੁੰਦੀ ਹੈ। ਸ਼ੇਰਗਿਲ ਜੀ ਧਰਮ ਜਿਹੜੇ ਨੇ ਉਹ ਨੌਕਰੀ ਨਹੀਂ ਦਿੰਦੇ, ਉਹ ਮਨ ਦੀ ਸ਼ਾਂਤੀ ਦਿੰਦੇ ਆ। ਸਰ ਮੈਂ ਹੁਣ ਗੁਰਦੁਆਰੇ ਪੂਰੇ ਬਹਿ ਕੇ ਸ਼ਾਂਤੀ ਕਰੇ ਟੱਬਰ ਮੇਰਾ ਭੁੱਖਾ ਮਰ ਜਾਏ, ਮੈਂ ਭੁੱਖਾ ਮਰ ਜਾ, ਮੈਂ ਕੀ ਕਰੂੰਗਾ। ਗੁਰਦੁਆਰਾ ਵੀ ਜੇ ਮੈਂ ਕਮਾਉਣਾ ਤਾਂ ਮੈਂ ਉਹਨੂੰ ਦਸਵੰਧ ਦਿੰਦਾ ਤਾਂ ਹੀ ਚੱਲਦਾ ਨਾ ਜੀ। ਰਾਈਟ ਹੈ ਧਰਮ ਕਿਤੇ ਆਪਣੇ ਆਪ ਤਾਂ ਨਹੀਂ ਚੱਲਦਾ, ਧਰਮ ਨੂੰ ਵੀ ਲੋਕ ਹੀ ਚਲਾਉਂਦੇ ਨੇ ਨਾ ਜੀ, ਸਰਕਾਰ ਨੂੰ ਵੀ ਲੋਕ ਹੀ ਚਲਾਉਂਦੇ ਨੇ। ਇਹ ਸਾਰੇ ਲੀਡਰ ਤੁਹਾਨੂੰ ਮੈਂ ਦੱਸਦਾ ਦੇਸ਼ ਵਿੱਚ MLA ਤੇ MP ਪੱਕੇ ਰਹਿਣਗੇ, ਬਾਕੀ ਸਾਰੀ ਜਨਤਾ ਕੱਚੀ ਰਹੂਗੀ, ਪ੍ਰਾਈਵੇਟ ਰਹੂਗੀ। ਹੈ ਸਭ ਦੇ ਚੱਕਰ ਪੈਣਗੇ, ਇਹਨਾਂ ਨੂੰ ਥੋੜੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਵੀ ਰੋਜ਼ ਕੰਮ ਕਰੋ ਰੋਜ਼ ਖਾਓ, ਇਹ ਹਾਲ ਹੋਊਗਾ। ਇਹ ਐਸੀ ਮਤਲਬ ਰਾਜਨੀਤੀ ਆ ਰਹੀ ਅੱਗੇ ਇਹ ਮਤਲਬ ਦੇਸ਼ ਆਪਣੇ ਦੇਸ਼ ਦੇ ਲੋਕਾਂ ਨੂੰ ਇੱਕ ਮੰਗਤਾ ਪਾ ਦੂਗੀ। ਹਿੰਦੂਆਂ ਦੇ 2 ਮਹਿਕਮੇ ਸੀਗੇ, ਰੇਲਵੇ ਅਤੇ BSNL, ਦੋਵੇਂ ਮੋਦੀ ਖਾ ਗਿਆ। ਕਿਆ ਹਿੰਦੂਆਂ ਦਾ ਹੱਕ ਸੀਗਾ? ਉਹਦੇ ਵਿੱਚ 99% ਹਿੰਦੂਆਂ ਨੂੰ ਨੌਕਰੀ ਮਿਲਦੀ ਸੀਗੀ। ਇਹ ਸਰ ਰਿਲੀਜਨ ਦੀ ਰਾਜਨੀਤੀ ਜਦ ਤੱਕ ਲੋਕ ਛੱਡਦੇ ਨਹੀਂ, ਜਦ ਤੱਕ ਇਹਨਾਂ ਦਾ ਕੁਝ ਨਹੀਂ ਬਣਨਾ। ਜਿਹੜੀਆਂ ਇਹ ਪਾਰਟੀਆਂ ਇਕੱਠੀਆਂ ਹੋ ਰਹੀਆਂ ਚੰਗੀ ਗੱਲ ਹੈ। ਕੇਜਰੀਵਾਲ ਕਦੇ ਵੀ ਵਿੱਚ ਇਕੱਠਾ ਨਹੀਂ ਹੋਏਗਾ, ਕੇਜਰੀਵਾਲ ਇਹਨਾਂ ਨੂੰ ਖਿਲਾਰਾ ਪਾਏਗਾ। ਕੇਜਰੀਵਾਲ ਨੂੰ ਵਿੱਚ ਲੈਣਾ ਹੀ ਨਹੀਂ ਚਾਹੀਦਾ, ਇਹਨਾਂ ਨੂੰ ਕੇਜਰੀਵਾਲ ਦੇ ਆਪੋਜੀਟ ਪ੍ਰਚਾਰ ਕਰਨਾ ਚਾਹੀਦਾ, ਕਿਉਂਕਿ ਕੇਜਰੀਵਾਲ ਅੰਦਰੋਂ ਮਿਲਿਆ ਹੋਇਆ ਉਹ ਦੇਸ਼ ਦੇ ਲਈ ਸਭ ਤੋਂ ਵੱਧ ਖਤਰਨਾਕ ਹੈ। ਥੈਂਕ ਯੂ ਜੀ। ਮਿਹਰਬਾਨੀ।
ਜੋ ਸ਼ੇਰਗਿੱਲ ਸਾਹਿਬ ਕਹਿ ਰਹੇ ਨੇ ਇਹ ਕਈ ਲੋਕਾਂ ਦਾ ਵਿਚਾਰ ਹੈ ਔਰ ਪਾਰਟੀਆਂ ਦੇ ਵਿੱਚ ਵੀ ਇਹ ਫੀਲਿੰਗ ਆ ਕਿ ਆਮ ਆਦਮੀ ਪਾਰਟੀ ਨੂੰ ਇਸ ਵਿਰੋਧੀ ਏਕਤਾ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਵਾ। ਦੇਖਦੇ ਆ ਜਿਹੜੀ 10 ਜੁਲਾਈ ਨੂੰ ਅਗਲੀ ਮੀਟਿੰਗ ਸ਼ਿਮਲਾ 'ਚ ਹੋਣ ਜਾ ਰਹੀ ਆ ਉਹਦੇ 'ਚ ਵਾਕਈ ਆਮ ਆਦਮੀ ਪਾਰਟੀ ਉਹ ਮੀਟਿੰਗ ਅਟੈਂਡ ਕਰਦੀ ਆ ਜਾਂ ਉਸ ਤੋਂ ਬਿਨਾਂ ਇਹ ਵਿਰੋਧੀ ਜਿਹੜੇ ਧਿਰ ਨੇ ਇਹ ਇਕੱਠੇ ਹੋਣਗੇ। ਮੀਨਵਾਈਲ ਸਤਿੰਦਰ ਮਾਹਲ ਦਾ ਕਮੈਂਟ ਵੀ ਫੇਸਬੁੱਕ ਤੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ ਵਿਰੋਧੀ ਧਿਰ ਮਜ਼ਬੂਤ ਹੋਣੀ ਚਾਹੀਦੀ ਹੈ, ਭਾਵੇਂ ਉਹ ਦੇਸ਼ ਦੀ ਹੋਵੇ ਜਾਂ ਸੂਬੇ ਦੀ। ਜੇ ਵਿਰੋਧੀ ਧਿਰ ਮਜ਼ਬੂਤ ਨਾ ਹੋਵੇਗਾ ਤਾਂ ਜੋ ਦੇਸ਼ ਵਿੱਚ ਜਾਂ ਪੰਜਾਬ ਵਿੱਚ ਹੋ ਰਿਹਾ ਵਾ ਉਹ ਹੋਊ ਔਰ ਆਪਣੀ ਮਨਮਰਜ਼ੀ ਸਰਕਾਰਾਂ ਜਿਹੜੀਆਂ ਵਾ ਉਹ ਕਰਨਗੀਆਂ। ਸੋ ਵਿਰੋਧੀ ਧਿਰ ਜਿਹੜਾ ਵਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਪਾਲੀ ਗਿੱਦਰਬਾ ਕਹਿ ਰਹੇ ਨੇ ਨੌਜਵਾਨ ਵੋਟਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਔਰ ਜੱਸੀ ਕੁਲਾਰ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਇੱਕ ਹੋਰ ਕਾਲ ਲੈ ਕੇ ਫਿਰ ਛੋਟੀ ਜੀ ਬ੍ਰੇਕ ਲਵਾਂਗੇ। ਹੈਲੋ ਹਾਂਜੀ ਸੰਧੂ ਸਾਹਿਬ, ਗਰੀਬ ਸਿੰਘ ਬੋਲਦਾ ਜਨਾਬ ਜੀ। ਗਰੀਬ ਸਿੰਘ ਜੀ। ਸੰਧੂ ਸਾਹਿਬ ਦੇਖੋ, ਬਾਕੀ ਦਾ ਸਾਰਾ ਕੁਝ ਹੋ ਜਾਊਗਾ ਜੇ ਪੰਜਾਬ ਬਚੂਗਾ ਤਾਂ ਹੀ ਪਾਰਟੀਆਂ ਇਕੱਠੀਆਂ ਹੋਣਗੀਆਂ। ਦੇਖੋ ਮੈਂ ਤੁਹਾਨੂੰ ਦੱਸਦਾ, ਮੇਰੇ ਗਵਾਂਢ ਚ ਨਾ ਅਫਰੀਕਾ ਦਾ ਮੁੰਡਾ ਰਹਿੰਦਾ, ਉਹ ਕਹਿੰਦਾ ਸਾਡੇ ਇੱਕਦਮ ਪਾਣੀ ਮੁੱਕਿਆ ਸੀ ਤੇ 3 ਕਰੋੜ ਬੰਦਾ ਮਰਿਆ ਸੀ, 3 ਕਰੋੜ। ਅੱਛਾ ਜੀ। ਤੇ ਦੇਖੋ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਦੇ ਵਿੱਚ ਨਹਿਰਾਂ ਦਾ ਪਾਣੀ ਲਾਉਂਦੇ ਨਹੀਂ, ਥੱਲੇ ਵਾਲਾ ਪਾਣੀ ਵੇਸਟ ਕਰੀ ਜਾਂਦੇ ਆ। ਪਾਣੀ ਇੱਕਦਮ ਮੁੱਕਣਾ, ਲੱਖਾਂ ਬੰਦੇ ਮਰਨੇ, ਲੱਖਾਂ। ਸ਼ੋਰ। ਸੋ ਪਾਣੀ ਬਚਾਉਣ ਦੀ ਲੋੜ ਹੈ। ਹਾਂ ਦੇਖੋ ਇਸ ਵੇਲੇ ਪੰਜਾਬ ਦੇ ਸਾਰੇ ਰਾਜਨੀਤਿਕ ਬੰਦਿਆਂ ਨੂੰ, ਸਾਰਿਆਂ ਨੂੰ ਇਕੱਠੇ ਹੋ ਕੇ ਇਹ ਪਿੰਡਾਂ 'ਚ ਜਾਣ, ਲੋਕਾਂ ਨੂੰ ਕਹਿਣ ਵੀ ਜਦੋਂ ਨਹਿਰਾਂ ਦੇ ਖਾਲੇ ਕੱਢੋ, ਨਹਿਰਾਂ ਦਾ ਪਾਣੀ ਵਰਤੋ, ਥੱਲੇ ਵਾਲਾ ਪਾਣੀ ਰੱਖ ਲਓ ਪੀਣ ਨੂੰ, ਨਹੀਂ ਤਾਂ ਵੀਰ ਜੀ ਲੱਖਾਂ ਬੰਦਾ ਮਰੂਗਾ, ਲੱਖਾਂ ਬੰਦਾ। ਮਿਹਰਬਾਨੀ, ਥੈਂਕ ਯੂ ਗਰੀਬ ਸਿੰਘ ਜੀ, ਬਹੁਤ ਮਿਹਰਬਾਨੀ। ਗਰੀਬ ਅੱਜ ਤੁਸੀਂ ਮਸਲੇ ਤੋਂ ਹਟ ਕੇ ਗੱਲ ਕਰ ਰਹੇ ਜੇ, ਮਿਹਰਬਾਨੀ ਫਿਰ ਵੀ ਤੁਸੀਂ ਜੁੜੇ। ਸਤਨਾਮ ਸਿੰਘ ਧਾਮੀ ਦਾ ਵਿਚਾਰ ਹੈ ਕਿ ਵਿਰੋਧੀ ਪਾਰਟੀਆਂ ਭਾਜਪਾ ਨੂੰ ਟੱਕਰ ਦੇ ਸਕਣਗੀਆਂ, ਇਹ ਨਿਰਭਰ ਹੋਊਗਾ ਕਿ ਸੀਟਾਂ ਦੇ ਸਹਿਮਤੀ ਹੁੰਦੀ ਹੈ ਜਾਂ ਨਹੀਂ। ਸਤਨਾਮ ਸਿੰਘ ਧਾਮੀ ਦਾ ਵਿਚਾਰ ਹੈ। ਕਾਕਾ ਬੈਂਸ ਕਹਿ ਰਹੇ ਨੇ ਜੇ ਕੋਈ ਵੀ ਪਹਿਲਾਂ ਸ਼ਰਤ ਰੱਖ ਕੇ ਰਿਸ਼ਤਾ, ਦੋਸਤੀ ਜਾਂ ਗਠਬੰਧਨ ਕਰਨਾ ਚਾਹੁੰਦਾ ਵਾ ਤੇ ਉਹ ਸਿਰਫ ਸੌਦੇਬਾਜ਼ੀ ਹੁੰਦੀ ਆ, ਉਹਦਾ ਮਕਸਦ ਪੂਰਾ ਹੁੰਦਿਆਂ ਹੀ ਉਹ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਸੋ ਪਹਿਲੋਂ ਇਹੋ ਜਿਹੀਆਂ ਸ਼ਰਤਾਂ ਰੱਖਣੀਆਂ ਵੀ ਤੁਸੀਂ ਆਹ ਕਰੋ ਤੇ ਫਿਰ ਨਾਲ ਰਲਾਂਗੇ, ਇਹ ਗਲਤ ਹੈ। ਇਹਦੇ ਨਾਲ ਇਹ ਤਾਂ ਸੌਦੇਬਾਜ਼ੀ ਹੁੰਦੀ ਹੈ, ਇਹਦੇ ਨਾਲ ਕੋਈ ਦੋਸਤੀ ਜਾਂ ਰਿਸ਼ਤਾ ਨਹੀਂ ਬਣਦਾ। ਪ੍ਰਗਟ ਸਿੰਘ ਬਲ ਕਹਿ ਰਹੇ ਨੇ ਇਲੈਕਸ਼ਨ ਨੇੜੇ ਆਉਣ ਤੇ ਪਤਾ ਲੱਗੂਗਾ ਕਿ ਇਹ ਪਾਰਟੀਆਂ ਸੀਟਾਂ ਦੀ ਵੰਡ ਤੇ ਇਕੱਠੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ, ਸਹਿਮਤੀ ਬਣਦੀ ਜਾਂ ਨਹੀਂ ਬਣਦੀ। ਅਸੀਂ ਗੱਲ ਕਰ ਰਹੇ ਹਾਂ 2024 ਲੋਕ ਸਭਾ ਚੋਣਾਂ ਦੀ। ਕੀ ਇਹਨਾਂ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਵਾ ਉਹ ਭਾਜਪਾ ਨੂੰ ਇਕੱਠੇ ਹੋ ਕੇ ਟੱਕਰ ਦੇ ਸਕਣਗੀਆਂ? ਕੀ ਜਿਹੜੀਆਂ ਵਿਰੋਧੀ ਧਿਰਾਂ ਵੱਲੋਂ ਇਕੱਠੇ ਹੋਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਵਾ ਉਹ ਉਹਨਾਂ ਨੂੰ ਬੂਰ ਲੱਗੂਗਾ, ਬੂਰ ਮਿਲੂਗਾ? ਇਹਦੇ 'ਤੇ ਗੱਲਬਾਤ ਕਰ ਰਹੇ ਹਾਂ। ਅੰਮ੍ਰਿਤਪਾਲ ਸਿੰਘ ਔਲਖ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ। ਉਹ ਕਹਿ ਰਹੇ ਨੇ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ ਤੇ ਇਸ ਦੀ ਖੂਬਸੂਰਤੀ ਹੈ ਕਿ ਇਹ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਧਰਮਾਂ ਦੇ ਭਾਸ਼ਾਵਾਂ ਦਾ ਗੁਲਦਸਤਾ ਵਾ। ਭਾਜਪਾ ਦਾ ਹਿੰਦੂਤਵਾ ਦਾ ਪੱਤਾ ਦੇਸ਼ ਲਈ ਬੇਹੱਦ ਘਾਤਕ ਹੈ। ਸਾਰੀਆਂ ਪ੍ਰਮੁੱਖ ਪਾਰਟੀਆਂ ਵੱਲੋਂ ਇਕੱਠ ਵਧੀਆ ਮੂਵ ਹੈ। ਰਹੀ ਆਮ ਆਦਮੀ ਪਾਰਟੀ ਦੀ ਗੱਲ, ਪਹਿਲੀ ਮੀਟਿੰਗ 'ਚ ਪ੍ਰਮੁੱਖ ਪਾਰਟੀਆਂ ਨੇ ਕੋਈ ਖਾਸ ਮੂੰਹ ਨਹੀਂ ਲਾਇਆ ਆਮ ਆਦਮੀ ਪਾਰਟੀ ਨੂੰ। ਇਹ ਅੰਮ੍ਰਿਤਪਾਲ ਸਿੰਘ ਔਲਖ ਦਾ ਕਮੈਂਟ ਹੈ। ਬਲਵੰਤ ਸਿੰਘ ਬੰਤ ਦਾ ਕਮੈਂਟ ਵੀ ਹੈ। ਉਹ ਕਹਿ ਰਹੇ ਨੇ ਫੇਸਬੁੱਕ ਦੇ ਉੱਪਰ ਕਿ ਪਹਿਲਾਂ ਵੀ ਇਕੱਠੇ ਹੋਣ ਦੀ ਕੋਸ਼ਿਸ਼ ਹੋਈ ਸੀ, ਇਸ ਵਾਰ ਦੇਖੋ ਕੀ ਬਣਦਾ ਵਾ, ਪਰੰਤੂ ਅੱਜ ਸਮਾਂ ਮੰਗ ਕਰਦਾ ਹੈ ਕਿ ਇਕੱਠੇ ਹੋਣ, ਮਤਭੇਦ ਭੁਲਾ ਕੇ ਸਾਰੇ ਲੀਡਰ ਮੁਲਕ ਲਈ ਕੰਮ ਕਰਨ, ਨਿੱਜੀ ਕਿਹੜਾ ਨੂੰ ਪਾਸੇ ਰੱਖਿਆ ਜਾਵੇ। ਮਿਸਕੀ ਗੁਪਤਾ ਕਹਿ ਰਹੇ ਨੇ ਯਹੂਦੀਆਂ ਤੋਂ ਸਿੱਖਿਆ ਜਾ ਸਕਦਾ ਹੈ, ਇਜ਼ਰਾਈਲ ਤੋਂ ਬਿਨਾਂ ਉਹਨਾਂ ਦੀ ਹਸਤੀ ਕੀ ਹੈ। ਜਸਵਿੰਦਰ ਸਿੰਘ ਕਹਿ ਰਹੇ ਨੇ ਇਹ ਪ੍ਰੋਗਰਾਮ ਟੈਲੀਵਿਜ਼ਨ 'ਤੇ ਕਿਵੇਂ ਦੇਖ ਸਕਦੇ ਹਾਂ ਜੀ? ਪ੍ਰੋਗਰਾਮ ਗਲੋਬਲ ਪੰਜਾਬ ਦੇ ਉੱਪਰ ਔਰ ਕੈਨੇਡਾ ਦੇ ਵਿੱਚ ਚੈਨਲ ਪੰਜਾਬੀ 'ਤੇ ਪ੍ਰੋਗਰਾਮ ਆਉਂਦਾ ਜੀ। ਉੱਥੇ ਜਿਹੜੇ ਪਲੇਟਫਾਰਮਸ 'ਤੇ ਹੈ ਉੱਥੇ ਦੇਖ ਸਕਦੇ ਜੀ। ਅਦਰਵਾਈਜ਼ ਤੁਸੀਂ YouTube ਔਰ ਫੇਸਬੁੱਕ ਦੇ ਉੱਪਰ ਵੀ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਜੀ। ਫੇਸਬੁੱਕ ਦੇ ਉੱਪਰ ਤੁਸੀਂ ਜੇ ਗਲੋਬਲ ਪੰਜਾਬ TV ਦੇ ਫੇਸਬੁੱਕ ਪੇਜ ਦੇ ਉੱਪਰ ਜਾਓ ਤੇ ਉੱਥੇ ਨੂੰ ਦੇਖ ਸਕਦੇ ਜੇ। ਮੇਰੇ ਨਿੱਜੀ ਫੇਸਬੁੱਕ ਪੇਜ ਉੱਪਰ ਵੀ ਇਹਨੂੰ ਤੁਸੀਂ ਐਕਸੈਸ ਕਰ ਸਕਦੇ ਜੇ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਮੇਂ ਵਾਲੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਬੇਨਤੀ ਜੀ ਇਹ ਵੀ ਜਦੋਂ ਕਰੋਨਾ ਆਇਆ ਉਦੋਂ ਕੋਈ ਮੰਦਰ ਨਾ ਬੌੜਿਆ, ਕੋਈ ਸਾਧ ਬਾਬਾ ਬੌੜਿਆ, ਕਿੰਨੇ ਸਾਧੂ ਸੰਤ ਬ੍ਰਹਮ ਗਿਆਨੀ ਨੇ ਜੀ। ਫਿਰ ਵੀ ਲੋਕ ਮੰਦਰਾਂ ਦੇ ਨਾਂ ਤੇ ਵੋਟਾਂ ਪਾ ਦੇਣ ਤੇ ਫਿਰ ਭਲਾਈ ਦੀ ਕਿੱਥੋਂ ਆਸ ਰੱਖੀ ਜਾ ਸਕਦੀ ਹੈ ਜੀ? ਧੰਨਵਾਦ। ਮਿਹਰਬਾਨੀ। ਜਦੋਂ ਮੁਸ਼ਕਲ ਆਉਂਦੀ ਆ ਉਦੋਂ ਕੋਈ ਧਰਮ ਜਿਹੜਾ ਵਾ ਤੁਸੀਂ ਪ੍ਰਾਰਥਨਾ ਜ਼ਰੂਰ ਕਰਦੇ ਜੇ, ਲੇਕਿਨ ਉਸ ਤੋਂ ਇਲਾਵਾ ਕੋਈ ਧਰਮ ਜਿਹੜਾ ਵਾ ਤੁਹਾਨੂੰ ਰੋਟੀ ਨਹੀਂ ਖਵਾਉਂਦਾ।
ਤੇ ਜਦੋਂ ਕਰੋਨਾ ਆਇਆ ਸੀ ਉਦੋਂ ਮੰਦਰਾਂ ਨੇ ਕਿੰਨੀ ਕੁ ਰੋਟੀ ਖਵਾਈ ਸੀ, ਉਦੋਂ ਮੰਦਰਾਂ ਨੇ ਕਿੰਨਾ ਕੁ ਨੁਕਸਾਨ ਜਿਹੜਾ ਵਾ ਹੋਣ ਤੋਂ ਰੋਕਿਆ। ਲੇਕਿਨ ਫਿਰ ਵੀ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ ਨੇ, ਅਫਸੋਸ ਦੀ ਗੱਲ ਹੈ। ਸਮੇਂ ਵਾਲੀ ਦਾ ਇਹ ਵਿਚਾਰ ਸੀ, ਤੁਸੀਂ ਸੁਣ ਹੀ ਲਿਆ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੈਪਟਨ ਇਕਬਾਲ ਸਿੰਘ। ਸੰਧੂ ਸਾਹਿਬ, ਮੇਰੀ ਇੱਕ ਗੱਲ ਯਾਦ ਰੱਖਿਆ ਜੇ, ਇਹ ਪਾਰਟੀਆਂ ਕਦੇ ਵੀ ਇਕੱਠੀਆਂ ਨਹੀਂ ਹੋ ਸਕਦੀਆਂ। ਜਿਹੜੇ ਸਾਡੇ ਭਾਰਤ ਦੇ ਸਿਆਸੀ ਲੀਡਰ ਆ, ਉਹਨਾਂ ਨੂੰ 3 ਚੀਜ਼ਾਂ ਚਾਹੀਦੀਆਂ, ਪੈਸਾ, ਕੁਰਸੀ ਅਤੇ ਸ਼ੋਹਰਤ। ਠੀਕ ਹੈ। ਅੰਮ੍ਰਿਤਸਰ ਤੋਂ ਹਾਰਿਆ ਆ ਪੂਰੀ ਸਾਹਿਬ, ਕੱਲਾ ਹੀ ਦਸਤਾਰਧਾਰੀ ਆ, ਵੇਖ ਲਓ, ਹਾਰ ਕੇ ਕੱਲਾ ਬੈਠਾ ਹੁੰਦਾ। ਦੇਤੀਆਂ ਨੇ ਇਹਨੂੰ 3 ਚੀਜ਼ਾਂ। ਦੂਜਾ ਜੋ ਜਾਖੜ, ਸਾਰਾ ਕੁਝ ਰੱਬ ਨੇ ਉਹਨੂੰ ਦਿੱਤਾ ਹੋਇਆ। ਕੁਰਸੀ ਤੇ ਸ਼ੋਹਰਤ ਨਹੀਂ ਸੀ, ਛਾਲ ਮਾਰ ਕੇ ਹੋ ਗਿਆ। ਦੇਖੋ, ਅਗਰ ਇਹ ਪਾਰਟੀਆਂ ਮਿਲ ਗਈਆਂ ਨਾ, ਉਦੋਂ ਮੁੜ ਕੇ ਝਗੜਾ ਹੋ ਜਾਣਾ ਵੀ ਪ੍ਰਧਾਨ ਮੰਤਰੀ ਕੌਣ ਹੋਊਗਾ, ਉੱਥੇ ਫੇਰ ਲੜ ਪੈਣਾ। ਅਗਰ ਇਹ ਸਭ ਤੋਂ ਪਹਿਲਾਂ ਇਹ ਐਲਾਨ ਕਰ ਦੇਣ ਕਿ ਮਲਕ ਆ ਨਾ, ਮਲਕ ਜਿਹੜਾ ਗਵਰਨਰ ਸੀ ਗੋਆ ਦਾ, ਵੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਹੋ, ਫਿਰ ਤਾਂ ਭਾਵਾ ਇਹਨਾਂ ਦਾ ਹੋ। ਇਹਨਾਂ ਨੇ ਪ੍ਰਧਾਨ ਮੰਤਰੀ ਵਾਸਤੇ ਬੜਾ ਲੜਨਾ, ਇਹ ਕਦੇ ਨਹੀਂ ਹੋ ਸਕਦਾ। ਇਹ ਤਾਂ ਪੈਸਾ ਬਹੁਤ ਆ। ਬੀਜੇਪੀ ਦਾ ਤੁਹਾਡੇ ਸਾਹਮਣੇ ਮੈਂ ਮਿਸਾਲ ਦਿੱਤੀ, ਉਹ ਦਿੱਲੀ ਦੇ ਅੰਦਰ ਤੇ 60 ਲੱਖੀਆ ਬੈਠਾ ਸਿਰਸਾ, ਕੱਲਾ ਉਹ ਹੀ ਮਾਨ ਨਹੀਂ ਹੈਗਾ। ਵੇਖ ਲਓ, ਖਰਚਾ ਟੈਕਸ ਕਰਦਾ ਹਰ ਇੱਕ ਬੰਦੇ ਤੇ, ਆ ਤੁਹਾਡੇ ਸਾਹਮਣੇ ਆ। ਇਹ ਕਦੇ ਨਹੀਂ ਹੋਣਾ ਭਾਰਤ ਦੇ ਵਿੱਚ ਨਾ। ਓਕੇ, ਫਿਰ ਇਹ ਤਾਂ ਲੱਗਦਾ ਕੋਸ਼ਿਸ਼ਾਂ ਜਿਹੜੀਆਂ ਵਾ ਬਿਲਕੁਲ ਫਜ਼ੂਲ ਕੋਸ਼ਿਸ਼ਾਂ ਵਾ। ਬਿਲਕੁਲ ਫਜ਼ੂਲ ਨਹੀਂ ਹੋ ਸਕਦਾ। ਇਹ ਪਹਿਲਾਂ ਪ੍ਰਧਾਨ ਮੰਤਰੀ ਆਪਦਾ ਸਿਲੈਕਟ ਕਰ ਲੈਣ, ਕੌਣ ਹੋਊਗਾ। ਸਾਰੀਆਂ ਪਾਰਟੀਆਂ ਨੂੰ ਫਿਰ ਤਾਂ ਸਵਾਦ ਹੈ ਨਾ। ਮਿਹਰਬਾਨੀ, ਥੈਂਕ ਯੂ। ਜਿਸ ਤਰ੍ਹਾਂ ਦੀ ਏਕਤਾ ਹੋਣ ਦੀ ਕੋਸ਼ਿਸ਼ ਹੋ ਰਹੀ ਆ, ਇਹ ਕਾਮਯਾਬ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਦੇ ਉੱਤੇ ਰੌਲਾ ਪਊਗਾ, ਸੋ ਇਸ ਕਰਕੇ ਇਹ ਬਿਲਕੁਲ ਫਜ਼ੂਲ ਕੋਸ਼ਿਸ਼ਾਂ ਹੋ ਰਹੀਆਂ। ਦਵਿੰਦਰ ਲੋਪੋਂ ਕਹਿ ਰਹੇ ਨੇ ਸਮੇਂ ਦੀ ਲੋੜ ਹੈ, ਆਪਸੀ ਮਤਭੇਦ ਭੁਲਾ ਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋਣ। ਮਿਸਕੀ ਗੁਪਤਾ ਕਹਿ ਰਹੇ ਨੇ ਸਿੱਖ ਧਰਮ ਨੇ ਆਕਸੀਜਨ ਤੇ ਰੋਟੀ ਦੇ ਲੰਗਰ ਲਗਾਏ ਗਏ ਸੀ ਜਿਸ ਵੇਲੇ ਕਰੋਨਾ ਆਇਆ ਸੀ, ਉਹਦੀ ਗੱਲ ਕਰ ਰਹੇ ਆ। ਸੋ ਮਿਸਕੀ ਗੁਪਤਾ ਦਾ ਵਿਚਾਰ ਹੈ ਵੀ ਧਰਮ ਜਿਹੜੇ ਨੇ ਜਾਂ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੇ ਕਰੋਨਾ ਵੇਲੇ ਮਦਦ ਕੀਤੀ ਸੀ। ਲੇਕਿਨ ਮਿਸਕੀ ਗੁਪਤਾ ਜੀ, ਮਦਦ ਤੇ ਕਾਫੀ ਹੋਈ, ਲੇਕਿਨ ਜਿਹੜਾ ਵੱਡਾ ਨੁਕਸਾਨ ਉਦੋਂ ਹੋਇਆ, ਲੋਕੀ ਚਲੇ ਗਏ, ਦੁਨੀਆ ਤੋਂ ਹੀ ਚਲੇ ਗਏ, ਉਹ ਨਹੀਂ ਕੋਈ ਰੋਕ ਸਕਿਆ, ਨਾ ਧਰਮ ਰੋਕ ਸਕਿਆ, ਨਾ ਕੋਈ ਹੋਰ ਰੋਕ ਸਕਿਆ। ਸੋ ਕਹਿਣ ਦਾ ਭਾਵ ਇਹ ਆ ਕਿ ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਗਲਤ ਹੈ। ਇਹ ਇੱਕ ਜਨਰਲ ਕੰਸੈਂਸਸ ਜਾਂ ਇਸ ਪ੍ਰੋਗਰਾਮ ਦੇ ਵਿੱਚ ਨਿਕਲ ਕੇ ਆ ਰਿਹਾ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ ਹੈਲੋ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਸੰਧੂ ਸਾਹਿਬ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਪ੍ਰਗਟਪਾਲ ਜੀ। ਤੁਸੀਂ ਵੇਖੋ, ਨਿੱਜੀ ਹਿੱਤ ਪਹਿਲਾਂ ਨੇ ਤੇ ਦੇਸ਼ ਬਾਅਦ ਚ ਆ ਜੀ। ਉਹਦੀ ਮਿਸਾਲ ਤੁਸੀਂ ਵੇਖ ਹੀ ਲਈ ਆ। ਕੇਜਰੀਵਾਲ ਸਾਹਿਬ ਜੀ ਬਾਹਰ ਆ ਗਏ ਆ ਜੀ, ਤੇ ਮੇਣੀ ਹੁਣ ਵੀ ਲੱਪੇ ਵੀ ਤੂੰ ਸਾਡੀ ਵਾਰੀ ਕੀ ਕੀਤਾ ਸੀਗਾ। ਤੇ ਜਿਹੜੇ ਨਤੀਸ਼ ਕੁਮਾਰ ਜੀ ਆ, ਉਹਨਾਂ ਦੀਆਂ ਅੱਖਾਂ ਕਿਸੇ ਪਾਸੇ ਹੁੰਦੇ ਆ, ਦਿਮਾਗ ਕਿਸੇ ਪਾਸੇ ਆ, ਤੇ ਪ੍ਰੈਕਟੀਕਲੀ ਉਹਨਾਂ ਦਾ ਫਿਜ਼ੀਕਲੀ ਹੋਰ ਪਾਸੇ ਹੁੰਦਾ ਧਿਆਨ ਵੀ ਮੈਨੂੰ ਕੁਰਸੀ ਮਿਲਣੀ ਚਾਹੀਦੀ ਪ੍ਰਧਾਨ ਮੰਤਰੀ ਦੀ। ਕਈ ਯਾਰ ਹੋ ਗਿਆ ਉਹਨਾਂ ਨੂੰ ਆਪਣੇ ਟੱਕਰਾਂ ਮਾਰਦਿਆਂ ਨੂੰ। ਸ਼ੋਰ। ਤੇ ਰਹਿ ਗਈ ਗੱਲ, ਇਹ ਤੇ ਪਾਰਟੀਆਂ ਨੇ ਕੁਝ ਨਹੀਂ ਕਰਨਾ ਜੀ। ਇਹ ਤੇ ਜਿਸ ਤਰ੍ਹਾਂ ਲੋਕ ਦੁਖੀ ਹੋ ਕੇ ਪੰਜਾਬ 'ਚ ਪਲਟੀ ਮਾਰੀ ਹੈ, ਇਸ ਤਰ੍ਹਾਂ ਕੋਈ ਪਲਟੀ ਮਾਰ ਜਾਣ ਤੇ ਵੱਖਰੀ ਗੱਲ ਹੈ। ਪਾਰਟੀਆਂ ਸਾਰੀਆਂ ਵੇਖੀਆਂ ਹੋਈਆਂ, ਉਹ ਲੀਡਰ ਬਾਰ-ਬਾਰ ਘੁੰਮ ਕੇ ਆਈ ਜਾਂਦੇ, ਤੇ ਇਹਨਾਂ ਆਪਣੇ ਨਿੱਜੀ ਹਿੱਤਾਂ ਲਈ ਕਈ ਵਾਰ ਪਲਟੀਆਂ ਮਾਰੀਆਂ। ਇਹਨਾਂ ਦਾ ਕੋਈ ਦੇਣ ਮਾਣ ਨਹੀਂ ਹੈਗਾ। ਧੰਨਵਾਦ ਜੀ। ਇੱਕ ਪ੍ਰਗਟਪਾਲ ਜੀ, ਦਿੱਕਤ ਇਹ ਵੀ ਆ ਵੀ ਤੁਸੀਂ 2024 ਲਈ ਭਾਵੇਂ ਇਕੱਠੇ ਹੋ ਜਾਓ, ਲੇਕਿਨ ਜਦੋਂ ਸਟੇਟ ਅਸੈਂਬਲੀ ਦੀਆਂ ਇਲੈਕਸ਼ਨਾਂ ਹੁੰਦੀਆਂ ਵਾ, ਉਦੋਂ 'ਚ ਇਹ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੀਆਂ ਵਾ। ਉਹਦਾ ਕੀ ਇਲਾਜ ਹੈ ਫਿਰ? ਆਫਟਰ ਆਲ, ਜੇ ਅਸੈਂਬਲੀ ਚੋਣਾਂ 'ਚ ਅੱਡ ਆ ਤੇ ਫਿਰ ਲੋਕ ਸਭਾ ਚੋਣਾਂ 'ਚ ਇਕੱਠੀਆਂ ਕਿਵੇਂ ਹੋ ਜਾਣ? ਉਹੋ ਹੀ ਨਿੱਜੀ ਹਿੱਤ ਹੋ ਗਏ ਨਾ ਜੀ। ਮਿਹਰਬਾਨੀ। ਤੁਸੀਂ ਤੁਹਾਨੂੰ ਦੱਸਿਆ ਵੀ ਵੋਟਰਾਂ 'ਚ ਜਾਗਰਤੀ ਆ ਜਾਏ ਤੇ ਕੋਈ ਪਲਟੀ ਮਾਰ ਜਾਣ। ਜਿਸ ਤਰ੍ਹਾਂ ਹੁਣ ਉਹ ਬਾਜਵਾ ਸਾਹਿਬ ਆਂਦੇ ਵੀ ਐਮਐਲਏ ਦੀ ਪਛਾਣ ਵੀ ਨਹੀਂ ਹੈਗੀ, ਤੇ ਆਪ ਵਾਲਿਆਂ ਦੇ ਮੰਤਰੀ ਸਾਹਿਬ ਗਏ ਕਿਸੇ ਏਰੀਏ 'ਚ ਤੇ ਐਮਐਲਏ ਲਾਗੇ ਖਲੋਤਾ ਸੀ, ਤੇ ਉਹਨਾਂ ਕਿਹਾ ਐਮਐਲਏ ਨੂੰ ਵੀ ਸੱਦ ਲੈਣਾ ਸੀ। ਤੇ ਉਹ ਐਮਐਲਏ ਕਹਿੰਦਾ ਜੀ ਮੈਂ ਹੀ ਐਮਐਲਏ ਆ। ਤੇ ਮੰਤਰੀ ਨੂੰ ਐਮਐਲਏ ਦਾ ਨਹੀਂ ਪਤਾ। ਏਦਾਂ ਦੀ ਕੋਈ ਰੈਗੂਲੇਸ਼ਨ ਆ ਜਾਏ ਤੇ ਭਾਵੇਂ ਆ ਜਾਏ, ਨੇ ਤੇ ਹੋਰ ਪਾਰਟੀਆਂ ਦੇ ਨਿੱਜੀ ਹਿੱਤ ਨਾ ਛੱਡਣੇ, ਤੇ ਨਾ ਹੀ ਜਿਹੜੇ ਲੀਡਰ ਹੁਣ ਲਾਲੂ ਪ੍ਰਸਾਦ ਯਾਦਵ ਆ, ਨਤੀਸ਼ ਕੁਮਾਰ ਹੈ, ਕਿੰਨੀ ਯਾਰ ਕਦੀ ਉਧਰ ਕਦੀ ਦੁਸ਼ਮਣੀ, ਕਦੀ ਸੱਜਣ, ਕਦੀ ਜੱਫੀ ਪੈ ਗਈ, ਕਦੀ ਟੁੱਟ ਗਈ, ਤੇ ਬਾਕੀ ਵੀ ਏਦਾਂ ਹੀ ਆ। ਸ਼ੋਰ।
ਸੋ ਜਿੰਨਾ ਚਿਰ ਤੱਕ ਤੁਹਾਡੇ ਵਾਂਗੂ ਕੋਈ ਜੀ ਅਜੇ ਦਿੱਲੀ ਬੜੀ ਦੂਰ ਆ, ਵੇਖੀ ਜਾਓ ਕੀ ਹੋਣਾ ਜੀ। ਮਿਹਰਬਾਨੀ। ਦਿੱਲੀ ਹਾਲੀ ਦੂਰ ਆ ਔਰ ਨਿੱਜੀ ਹਿੱਤ ਜਿਹੜੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ। ਜਿੰਨੇ ਚਿਰ ਤੱਕ ਇਹ ਹੁੰਦਾ ਰਹੂਗਾ ਉਹਨਾਂ ਚਿਰ ਤੱਕ ਕੋਈ ਵਿਰੋਧੀ ਧਿਰਾਂ ਦੀ ਏਕਤਾ ਨਹੀਂ ਹੋ ਸਕਦੀ। ਪ੍ਰਗਟ ਬਲ ਦਾ ਇਹ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਸੰਧੂ ਸਾਹਿਬ ਹੋਲਡ ਤੇ ਆਉਣਾ, ਤੁਹਾਡੀ ਟਿਊਨ ਸੁਣ ਕੇ ਨੀਂਦ ਆਉਣ ਲੱਗ ਜਾਂਦੀ ਹੈ। ਅੱਛਾ ਜੀ ਜੀ 5 ਮਿੰਟ ਕੋਈ ਨਾ ਜੀ, ਮੈਨੂੰ ਤਾਂ ਕੋਈ ਨਹੀਂ, ਮੈਂ ਤਾਂ ਵੈਸੇ ਸਤਿ ਸ੍ਰੀ ਅਕਾਲ ਹੀ ਕਰਦਾ। ਹਾਂਜੀ ਟਿਊਨ ਸੋਹਣੀ ਆ ਤੁਹਾਡੀ ਵੈਸੇ। ਮਿਹਰਬਾਨੀ। ਹਾਂਜੀ ਸੰਧੂ ਸਾਹਿਬ, ਮੇਰਾ ਮੰਨਣਾ ਇਹ ਹੈ ਵੀ ਇਹ ਚਲੋ ਆਪਾਂ ਮੰਨਦੇ ਵੀ ਇੱਕ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਆ। ਮੈਂ ਤਾਂ ਕਹੂੰਗਾ ਉਹ ਵੀ ਇੱਕ ਪਾਰਟੀ ਦੇ ਹੋਣ। ਜ਼ਿਆਦਾਤਰ ਜਿੰਨੇ ਇਕੱਠ ਹੈ ਇਹ ਨਹੀਂ ਚੱਲਦੇ ਕਿਉਂਕਿ ਆਈਡੀਓਲੋਜੀ ਨਹੀਂ ਮਿਲਦੀ ਇਹਨਾਂ ਨੂੰ। ਭਾਵੇਂ ਕਾਮਨ ਮਿਨੀਮਮ ਤੇ ਆਪਾਂ ਗੱਲ ਕਰਦੇ ਆ ਜਾਂਦੀ ਹੈ ਪਰ ਨਹੀਂ ਬਣਨੀ। ਹੁਣੀ ਜੇ ਮੈਂ ਗਲਤ ਨਾ ਹੋਵਾਂ ਤਾਂ ਮਮਤਾ ਜਿਹਦਾ ਬਿਆਨ ਆਇਆ ਵੀ CPI ਕਾਂਗਰਸ ਇਹ ਤਾਂ ਭਾਜਪਾ ਨਾਲ ਰਲੇ ਹੋਏ ਆ। ਕੋਈ ਕਹਿ ਰਿਹਾ ਵੀ ਜਿਹੜੀ ਕੇਜਰੀਵਾਲ ਆ ਉਹ ਭਾਜਪਾ ਦੀ ਬੀ ਟੀਮ ਆ, ਵੀ ਇਹ ਜਾਣ ਕੇ ਹੀ ਕਾਂਗਰਸ ਨੂੰ ਹਰਾਉਣ ਵਾਸਤੇ ਆ ਸਾਰਾ ਕੁਝ ਮਤੇ ਦੇ ਵਿੱਚ ਆ ਰਹੀ ਆ। ਦੂਜੀ ਗੱਲ, ਸਭ ਤੋਂ ਵੱਡੀ ਗੱਲ ਸੰਧੂ ਸਾਹਿਬ ਇਹ ਹੈ, ਜਿਵੇਂ ਤੁਸੀਂ 370 ਧਾਰਾ ਦਾ ਕੀਤਾ, ਕੋਈ ਪਾਰਟੀ ਨਹੀਂ ਬੋਲੀ। ਜਿਵੇਂ ਤੁਸੀਂ ਬੋਲੇ, ਤੁਸੀਂ ਕਿਹਾ ਸੀ ਬੋਲੇ, ਪਰ ਕਾਂਗਰਸ ਨਹੀਂ ਬੋਲੀ, ਅਕਾਲੀ ਪਾਰਟੀ ਨਹੀਂ ਇੱਥੋਂ ਬੋਲੀ, ਤੇ ਐਵੇਂ ਹੀ ਕੋਈ ਹੋਰ ਪਾਰਟੀ ਵੀ ਜਿਹੜੀ ਆ ਨਹੀਂ ਬੋਲੀ। ਇਸ ਤਰ੍ਹਾਂ ਜਿਹੜੀ ਆ ਸਿਟੀਜ਼ਨ ਅਮੈਂਡਮੈਂਟ ਦਾ ਆਇਆ ਉਦੋਂ ਨਹੀਂ ਕਿਸੇ ਨੇ ਜ਼ਿਆਦਾ ਹੰਗਾਰਾ ਭਰਿਆ। ਸ਼ਹੀਨ ਬਾਗ ਦੇ ਵਿੱਚ ਕਿੱਡਾ ਮਨ ਲੱਗਿਆ ਰਿਹਾ, ਕਿਸੇ ਪਾਰਟੀ ਨੇ ਨਹੀਂ ਦਿੱਤੀ। ਮੇਰੇ ਹਿਸਾਬ ਨਾਲ ਤਾਂ ਇਹ ਹੈ ਜਿਹੜੀਆਂ ਮਿਨੋਰਟੀਜ਼ ਹੈ, ਘੱਟ ਗਿਣਤੀ ਦੇ ਲੋਕ ਆ ਜਾਂ ਧਰਮਾਂ ਦੇ, ਉਹ ਇਨਸਿਕਿਉਰ ਤਾਂ ਜ਼ਰੂਰ ਫੀਲ ਕਰਦੇ ਪਰ ਉਹਨਾਂ ਨੂੰ ਲੱਗਦਾ ਨਹੀਂ ਵੀ ਜਿਹੜੀਆਂ ਵੀ ਦੂਜੀ ਵਿਰੋਧੀ ਪਾਰਟੀਆਂ ਸਾਡੇ ਕਿਹੜਾ ਪੱਖ 'ਚ ਕੱਢਦੀਆਂ। ਫਿਰ ਮੇਰਾ ਖਿਆਲ ਆ ਉਹ ਕਹਿੰਦੇ ਵੀ ਇਹਨਾਂ ਦੇ ਲਾਰੇ ਲੱਪੇ ਜਾ ਜਾਂਦੇ ਵੀ ਦਾਲ ਜਾਂ ਚੌਲ ਮੁਫ਼ਤ ਲੈਣ ਵਾਲੀ ਜਿਹੜੀ ਨੀਤੀ ਹੈ ਜਾਂ ਆਹ ਜੁਮਲੇਬਾਜ਼ੀ 'ਚ ਆ ਜਾਂਦੇ ਆ ਤੇ ਉਹਨਾਂ ਦਾ ਮਤਲਬ ਵੀ ਫਿਰ ਉਹਨਾਂ ਮਗਰੀ ਵੋਟਾਂ ਪਾ ਜਾਂਦੇ ਆ। ਪਰ ਮੇਰਾ ਤਾਂ ਖਿਆਲ ਆਹ ਹੀ ਆ, ਨਹੀਂ ਕਾਮਯਾਬ ਹੋਣਾ ਮੈਨੂੰ ਲੱਗਦਾ। ਬਾਕੀ ਆ ਹੁਣ ਚੋਣਾਂ ਆ ਰਹੀਆਂ, ਚਾਰ ਮੇਰੇ ਖਿਆਲ ਗੁਜਰਾਤ 'ਚ ਪਹਿਲਾਂ ਆਪਣੇ ਆਊਗੀ, ਫਿਰ ਰਾਜਸਥਾਨ 'ਚ ਵੀ ਆਉਣੀ, ਉਹਨਾਂ ਤੋਂ ਪਤਾ ਲੱਗ ਜੂਗਾ। ਤੇ ਪਰ ਦੂਜਾ ਮੈਨੂੰ ਲੱਗਦਾ ਨਹੀਂ ਵੀ ਇਹ ਸਿਰੇ ਚੜੂਗਾ ਕਿਉਂਕਿ ਜ਼ਿਆਦਾਤਰ ਲੋਕ ਹੈ ਉਹ ਵਿਸ਼ਵਾਸ ਹੀ ਨਹੀਂ ਕਰਦੇ। ਉਹ ਵੀ ਇਹਨਾਂ ਪ੍ਰਤੀ ਵੀ ਨਹੀਂ ਇਨਸਿਕਿਉਰ ਫੀਲ ਕਰਦੇ ਹੈਗੇ ਮੈਨੂੰ ਲੱਗਦਾ, ਕਿਉਂਕਿ ਬੋਲੇ ਨਹੀਂ, ਮੌਕੇ ਤੇ ਬੋਲਦੇ ਨਹੀਂਗੇ। ਤੇ ਬਾਕੀ ਬਸ ਚੋਣਾਂ ਤੋਂ ਆ ਪਤਾ ਲੱਗ ਜੂ 4-5 ਜਿਹੜੀਆਂ ਹੁਣ ਸਟੇਟਾਂ 'ਚ ਆਉਣੀਆਂ ਕਿੱਥੇ ਕਿ ਜਾ ਕੇ ਗੱਲ ਖੜਦੀ ਆ। ਹਾਂਜੀ ਬਸ ਇੰਨਾ ਹੀ ਕਹੂੰਗਾ। ਥੈਂਕ ਯੂ 4 ਸਟੇਟਾਂ ਜਿਹੜੇ ਇਲੈਕਸ਼ਨਾਂ ਹੋਣੀਆਂ ਵਾ ਹੁਣ 2023 ਦੇ ਵਿੱਚ, ਉੱਥੋਂ ਪਤਾ ਲੱਗ ਜੂਗਾ ਵੀ ਇਹ ਏਕਤਾ ਹੁੰਦੀ ਹੈ ਜਾਂ ਨਹੀਂ। ਮਿਸਕੀ ਗੁਪਤਾ ਨੇ 2 ਪਾਰਟੀ ਸਿਸਟਮ, 2 ਪਾਰਟੀਆਂ ਦੇ ਸਿਸਟਮ ਦੀ ਗੱਲ ਕੀਤੀ ਆ। ਮਿਸਕੀ ਗੁਪਤਾ ਜੀ, ਉਹ ਇੰਡੀਆ ਦੇ ਵਿੱਚ ਮੇਰੇ ਖਿਆਲ ਲਾਗੂ ਕਰਨਾ ਕਾਫੀ ਮੁਸ਼ਕਿਲ ਆ। ਇੱਥੇ ਤੇ ਪਾਰਟੀਆਂ ਦੀ ਭਰਮਾਰ ਆ। 2 ਪਾਰਟੀ ਸਿਸਟਮ ਸਿਰਫ ਥੋੜ੍ਹੇ ਜਿਹੇ ਮੁਲਕਾਂ ਦੇ ਵਿੱਚ ਆ, ਜਿਵੇਂ US ਦੇ ਵਿੱਚ ਆ, ਅਮਰੀਕਾ 'ਚ ਆ, ਜਾਂ ਜਿਵੇਂ UK 'ਚ ਆ, ਇੰਗਲੈਂਡ ਦੇ ਵਿੱਚ ਆ। ਕੈਨੇਡਾ ਦੇ ਵਿੱਚ ਵੀ ਇਸ ਵੇਲੇ ਮੁੱਖ ਤੌਰ 'ਤੇ ਹੁਣ 3 ਪਾਰਟੀਆਂ ਨਜ਼ਰ ਆ ਰਹੀਆਂ ਵਾ, ਲਿਬਰਲ, ਕੰਜ਼ਰਵੇਟਿਵ ਤੇ NDP, ਔਰ ਗ੍ਰੀਨ ਪਾਰਟੀ ਵੀ ਕਈ ਥਾਵਾਂ 'ਤੇ ਚੋਣ ਲੜਦੀ ਹੈ। ਸੋ ਇੰਡੀਆ ਦੇ ਵਿੱਚ ਵੀ ਮੇਰੇ ਖਿਆਲ 2 ਪਾਰਟੀ ਸਿਸਟਮ ਲਿਆਉਣਾ ਕਾਫੀ ਮੁਸ਼ਕਿਲ ਹੈ। ਅੰਮ੍ਰਿਤਪਾਲ ਸਿੰਘ ਔਲਖ ਦਾ ਕਮੈਂਟ ਆਇਆ ਕਿ ਜੇਕਰ ਪਹਿਲਾਂ ਹੀ ਪ੍ਰਧਾਨ ਮੰਤਰੀ ਦਾ ਮੁੱਦਾ ਖੜਾ ਕੀਤਾ ਗਿਆ ਤਾਂ ਏਕਤਾ ਮੁਸ਼ਕਿਲ ਹੈ। ਸੀਟਾਂ ਦੀ ਵੰਡ ਤੋਂ ਬਾਅਦ ਜਿਸ ਪਾਰਟੀ ਕੋਲ ਜ਼ਿਆਦਾ MP ਹੋਣਗੇ, ਅਸੂਲਨ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਹੀ ਹੋਣਾ ਚਾਹੀਦਾ। ਪਰ ਅੰਮ੍ਰਿਤਪਾਲ ਜੀ, ਇਹਦੇ 'ਚ ਇੱਕ ਕੰਟਰਡਿਕਸ਼ਨ ਹੈ ਤੁਹਾਡੀ ਸਟੇਟਮੈਂਟ ਦੇ ਵਿੱਚ, ਕਿਉਂਕਿ ਜਿਹੜੀ ਪਾਰਟੀ ਦਾ ਵੱਧ MP ਆਉਣਗੇ ਉਹਦਾ ਪ੍ਰਧਾਨ ਮੰਤਰੀ ਹੋਊਗਾ, ਤੇ ਇਸ ਕਰਕੇ ਲੋਕੀ ਕੋਸ਼ਿਸ਼ ਕਰਨਗੇ ਵੀ ਸਾਡੀ ਪਾਰਟੀ ਨੂੰ ਸੀਟਾਂ ਵੀ ਵੱਧ ਮਿਲਣ। ਉਹ ਸੀਟਾਂ 'ਤੇ ਸਮਝੌਤਾ ਵੀ ਨਹੀਂ ਕਰਨਗੇ, ਫਿਰ ਇਹ ਵੀ ਇੱਕ ਮੁਸ਼ਕਲ ਆ ਜਾਂਦੀ ਹੈ। ਸੋ ਇਹ ਵੈਸੇ ਔਖਾ ਵਾ ਸਵਾਲ ਵੀ ਪਹਿਲੋਂ ਪ੍ਰਧਾਨ ਮੰਤਰੀ ਦਾ ਐਲਾਨ ਕੀਤਾ ਜਾਵੇ ਜਾਂ ਬਾਅਦ ਕੀਤਾ ਜਾਵੇ। ਪਰ ਦੇਖਦੇ ਹਾਂ ਹੁਣ ਜਿਹੜੀ ਏਕਤਾ ਦੀ ਕੋਸ਼ਿਸ਼ ਹੋ ਰਹੀ ਆ, ਇਹਦੇ 'ਚ ਕਿਵੇਂ ਉਹ ਅੱਗੇ ਕਦਮ ਪੁੱਟਦੇ ਆ। ਅਵਤਾਰ ਸਿੰਘ ਢਿੱਲੋਂ ਦਾ ਵਿਚਾਰ ਹੈ ਕਿ ਖੇਤਰੀ ਪਾਰਟੀਆਂ ਵਿੱਚੋਂ ਤਾਂ PM ਨਹੀਂ ਬਣ ਸਕਦਾ। ਜੇ ਗੱਠਜੋੜ ਹੋਵੇਗਾ ਤਾਂ ਕਾਂਗਰਸ ਦੀ ਵਾਰੀ ਹੀ ਆਵੇਗੀ। ਲਾਲੂ ਪ੍ਰਸਾਦ ਯਾਦਵ ਤਾਂ ਕਹਿ ਰਿਹਾ ਕਿ PM ਕਾਂਗਰਸ ਦਾ ਬਣੇਗਾ। ਇਸ ਵੇਲੇ ਪ੍ਰਮੁੱਖ ਪਾਰਟੀ ਵੀ ਵਿਰੋਧੀ ਪਾਰਟੀ ਕਾਂਗਰਸ ਹੀ ਹੈ। ਤੁਸੀਂ ਵੇਖਿਆ ਕਿ ਜੇ ਭਾਜਪਾ ਟੋਟਲ ਅਲਾਇੰਸ ਦੇ ਨਾਲ 14 ਸਟੇਟਾਂ ਦੇ ਵਿੱਚ ਸੱਤਾ ਦੇ ਵਿੱਚ ਹੈ, ਅਤੇ ਕਾਂਗਰਸ ਇਸ ਵੇਲੇ 7 ਸਟੇਟਾਂ ਦੇ ਵਿੱਚ ਅਲਾਇੰਸ ਦੇ ਨਾਲ ਸੱਤਾ ਦੇ ਵਿੱਚ ਹੈ। ਸੋ ਹਾਲੀ ਵੀ ਭਾਵੇਂ ਕਾਂਗਰਸ ਅੱਗੇ ਨਾਲੋਂ ਬਹੁਤ ਕਮਜ਼ੋਰ ਹੋ ਗਈ ਹੈ, ਲੇਕਿਨ ਫਿਰ ਵੀ ਪ੍ਰਮੁੱਖ ਵਿਰੋਧੀ ਧਿਰ ਇਸ ਵੇਲੇ ਕਾਂਗਰਸ ਹੀ ਨਜ਼ਰ ਆਉਂਦਾ ਵਾ। ਸੀਟਾਂ ਜਿੰਨੀਆਂ ਮਰਜ਼ੀ ਹੋਣ, ਸੀਟਾਂ ਕਿਸੇ ਦੀਆਂ ਵੱਧ ਹੋ ਸਕਦੀਆਂ, ਲੇਕਿਨ ਵੱਧ ਤੋਂ ਵੱਧ ਪ੍ਰੈਜ਼ੈਂਸ ਜਿਹੜੀ ਆ ਉਹ ਕਾਂਗਰਸ ਦੀ ਹੀ ਨਜ਼ਰ ਆਉਂਦੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ।
ਅਮਰੀਕ ਸਿੰਘ ਮਿਸ਼ੀਗਨ ਯੂਨੀਵਰਸਿਟੀ ਜੀ ਅਮਰੀਕ ਸਿੰਘ ਜੀ ਵੀਰ ਜੀ ਦੇਖੋ ਜਿਹੜਾ ਇਹ ਉਪਰਾਲਾ ਹੋਇਆ ਇਹ ਸਾਰੇ ਜਿਹੜੇ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਬਹੁਤ ਚੰਗਾ ਉਪਰਾਲਾ ਜੀ ਤੇ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਧਾਰਾ 370 ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਇਹੀ ਕੇਜਰੀਵਾਲ ਅੱਜ ਜਿਹੜਾ ਹੁਣ ਤੜਫ ਰਿਹਾ ਵੀ ਦਿੱਲੀ ਦੇ ਜਿਹੜੇ ਅਧਿਕਾਰ ਖੋਹ ਲਏ ਇਹਨਾਂ ਨੇ ਸੈਂਟਰ ਨੇ ਇਹਨੇ ਸਪੋਰਟ ਕੀਤੀ ਸੀਗੀ। ਨੰਬਰ 2 ਤੇ ਜਿਹੜੀ ਪਾਰਟੀ ਹਮੇਸ਼ਾ ਮਤਲਬ ਵੱਧ ਅਧਿਕਾਰਾਂ ਦੀ ਗੱਲ ਕਰਦੀ ਸੀ ਅਕਾਲੀ ਦਲ ਉਹਨਾਂ ਨੇ ਮਤਲਬ ਸਪੋਰਟ ਕੀਤੀ। ਅੱਜ ਉਹੀ ਸਾਰੇ ਖੁੰਝੇ ਲੈਣ ਲੱਗੇ ਹੋਏ ਆ ਤੇ ਹੁਣ ਉਹ ਸਪੋਰਟ ਭਾਲਦੇ ਆ। ਜਦੋਂ ਹੁਣ ਇਹ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਪਟਨੇ ਦੇ ਵਿੱਚ ਜੇ ਕੇਜਰੀਵਾਲ ਇਹਦਾ ਆਪਣੇ ਭਗਵੰਤ ਮਾਨ ਦਾ ਹੈਲੀਕਾਪਟਰ ਲੈ ਕੇ ਉੱਥੇ ਗਿਆ ਸੀਗਾ ਤੇ ਸਿਰੇ ਲਾ ਕੇ ਆਂਦਾ ਗੱਲ ਉੱਥੋਂ ਵੀਰ ਜੀ ਗੱਲ ਇਹ ਸੀਗੀ ਕਿ ਇਹ ਕਨਵੀਨਰ ਆਪਣਾ ਜਿਹੜੀ ਵਿਰੋਧੀ ਧਿਰਾਂ ਉਹਨਾਂ ਦਾ ਮਤਲਬ ਹੈਡ ਉਹਨਾਂ ਨੂੰ ਲੀਡ ਕਰਨਾ ਚਾਹੁੰਦਾ ਸੀਗਾ ਉਹਨਾਂ ਨੇ ਇਹਨੂੰ ਦਾਣਾ ਨਹੀਂ ਪਾਇਆ ਉੱਥੋਂ ਭੱਜਿਆ ਇਹ। ਜੇ ਇਹਨੂੰ ਸਾਰੇ ਸਪੋਰਟ ਕਰ ਰਹੇ ਆ ਉਹ ਤੇ ਉਧਰ ਜਿਹੜੇ ਆਪਣੇ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਕਿਹਾ ਵੀ ਅਸੀਂ ਜਿਹੜਾ ਮੌਨਸੂਨ ਸੈਸ਼ਨ ਉਦੋਂ ਜਿਹੜਾ ਆਪਣੇ ਲੋਕ ਸਭਾ ਦੇ ਵਿੱਚ ਵਿਚਾਰ ਹੋਊਗੀ ਉੱਥੇ ਦੱਸਾਂਗੇ ਵੀ ਸਪੋਰਟ ਕਰੀਏ ਕਿ ਨਾ। ਹਾਂਜੀ ਤੇ ਦੇਖੋ ਜੇ 11 ਪਾਰਟੀਆਂ ਸਪੋਰਟ ਕਰ ਰਹੀਆਂ ਇੱਕ ਬੰਦੇ ਪਿੱਛੇ ਉਹਨਾਂ ਨੇ ਵੀ ਤੁਹਾਨੂੰ ਹਾਂ ਜਾਂ ਨਾ ਨਹੀਂ ਕਿਹਾ ਤੁਸੀਂ 11 ਬੰਦਿਆਂ ਨੂੰ ਮਤਲਬ ਜਿਹੜੀ ਉਹਨਾਂ ਦੀ ਸਪੋਰਟ ਲੈ ਕੇ ਉਹਨਾਂ ਨਾਲ ਧੋਖਾ ਕਰ ਰਹੇ ਆ ਜੀ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵਿਰੋਧੀ ਧਿਰਾਂ ਦਾ ਜਿਹੜੇ ਇੱਕ ਆ ਜੀ ਇਹ ਬੀਜੇਪੀ ਵਾਸਤੇ ਵੀ ਹੁਣ ਕੰਪਨੀ ਜ਼ਰੂਰ ਛੇੜੀ ਇਹਨਾਂ ਨੂੰ ਵੀਰ ਜੀ। ਵੈਜੇ ਖਾਲਸਾ ਵੈਜੀ ਫਤਿਹ। ਗੁਰਫਤਿਹ ਜੀ। ਬੀਜੇਪੀ ਨੂੰ ਇਸ ਵਿਰੋਧੀ ਧਿਰਾਂ ਦੀ ਮੀਟਿੰਗ ਕਰਕੇ ਕੰਪਨੀ ਜ਼ਰੂਰ ਛਿੜੀ ਆ ਪਰ ਮੇਰੇ ਖਿਆਲ ਹੈ ਇਹਨਾਂ ਨੂੰ ਸਾਰਿਆਂ ਨੂੰ ਗਿਵ ਐਂਡ ਟੇਕ ਜਿਹੜਾ ਵਾ ਉਹ ਬੜਾ ਜ਼ਰੂਰੀ ਆ। ਗਿਵ ਐਂਡ ਟੇਕ ਤੋਂ ਇਲਾਵਾ ਅਮਰੀਕ ਸਿੰਘ ਜੀ ਮੇਰਾ ਖਿਆਲ ਹੈ ਕਿ ਪਹਿਲਾਂ ਜਿਹੜੀਆਂ ਗਲਤੀਆਂ ਕੀਤੀਆਂ ਵਾ ਉਹ ਮੰਨਣਾ ਪੈਣੀਆਂ ਵੀ ਅਸੀਂ ਅੱਗੇ ਗਲਤੀਆਂ ਕੀਤੀਆਂ ਵਾ। ਮੇਰੇ ਖਿਆਲ ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਾਰੀਆਂ ਪਾਰਟੀਆਂ ਨੂੰ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਜਿੱਧਰ ਲਾਭ ਹੋਵੇਗਾ ਉੱਧਰ ਜਾਣਾ ਸਾਡੇ ਖੂਨ 'ਚ ਆ। ਸਭ ਤੋਂ ਆਪਣੇ ਹਿੱਤ ਜਿਹੜੇ ਨੇ ਉਹ ਪ੍ਰਮੁੱਖ ਹੁੰਦੇ ਨੇ। ਇਹ ਮਿਸਕੀ ਗੁਪਤਾ ਦਾ ਵਿਚਾਰ ਹੈ। ਸੋ ਅਸੀਂ ਅੱਜ ਗੱਲ ਕਰ ਰਹੇ ਹਾਂ ਵਿਰੋਧੀ ਏਕਤਾ ਦੀ। ਕੀ ਵਿਰੋਧੀ ਏਕਤਾ ਵਿਰੋਧੀ ਪਾਰਟੀਆਂ ਦੀ ਏਕਤਾ ਹੋ ਸਕੇਗੀ? ਕੀ ਭਾਜਪਾ ਨੂੰ 2024 'ਚ ਪਾਰਟੀਆਂ ਇਕੱਠੀਆਂ ਹੋ ਕੇ ਟੱਕਰ ਦੇ ਸਕਣਗੀਆਂ ਜਾਂ ਫਿਰ ਇਹ ਸਿਰਫ ਲਿਫਾਫੇਬਾਜ਼ੀ ਹੋ ਰਹੀ ਆ? ਇਹ ਕੋਸ਼ਿਸ਼ਾਂ ਜਿਹੜੀਆਂ ਵਾ ਸਿਰਫ ਇੱਕ ਫੋਟੋ ਆਪਸ ਹੈ ਜਿਵੇਂ ਭਾਜਪਾ ਨੇ ਕਿਹਾ ਵਾ, ਹੋਰ ਕੁਝ ਵੀ ਨਹੀਂ। ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੰਧੂ ਸਾਹਿਬ ਗੱਲ ਇਹ ਆ ਜੀ ਜਿਹੜੀ ਮੀਟਿੰਗਾਂ ਹੋ ਰਹੀਆਂ ਨਾ ਆਈ ਵਿਸ਼ ਕਿ ਇਹ ਦਿਆਨਤਦਾਰੀ ਨਾਲ ਹੋ ਜਾਣ ਕਿਉਂਕਿ ਇੱਕ ਵਾਰੀ ਇਹ ਮਤਲਬ ਆਪਣੇ ਕੋਲ ਤਜਰਬਾ ਹੈਗਾ ਵੀ ਆਪਣੇ ਮਿਸਟਰ ਜੈ ਪ੍ਰਕਾਸ਼ ਨਾਰਾਇਣ ਨੇ ਇਹ ਵਿਰੋਧੀਆਂ ਦਾ ਏਕਾ ਕਰਾ ਕੇ ਤੇ ਇਹ ਕੀਤਾ ਸੀ। ਪਰ ਗੱਲ ਇਹ ਆ ਵੀ ਉਸ ਗੱਲ ਨੂੰ ਆਲਮੋਸਟ 45-46 ਸਾਲ ਬੀਤ ਗਏ ਆ ਜੀ ਤੇ ਦੁਨੀਆ ਕਿਤੇ ਦੀ ਕਿਤੇ ਜਾ ਪਹੁੰਚੀ ਆ। ਇਨਸਾਨੀਅਤ ਜਿਹੜੀ ਆ ਉਹ ਮਤਲਬ ਖੰਭ ਲਾ ਕੇ ਵਿੱਚੋਂ ਉੱਡ ਗਈ ਆ ਤੇ ਜਾਂ ਰਹਿੰਦੀ ਖੁੰਦੀ ਵੀ ਉੱਡ ਰਹੀ ਆ। ਤੇ ਇਸ ਮਤਲਬ ਗੱਠ ਜੋੜ ਬਣਨ ਤੇ ਉਹਨੇ ਸ਼ੰਕੇ ਨਹੀਂ ਜਿੰਨੇ ਬਣਨ ਤੋਂ ਬਾਅਦ ਰਹਿ ਜਾਣ ਤੇ ਸ਼ੰਕੇ ਆ। ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ 45 ਸਾਲ ਪਹਿਲਾਂ ਦੀ ਉਦੋਂ ਵੀ ਉਹੀ ਹੋਇਆ ਸੀ। 2 ਸਾਲ ਦੇ ਵਿੱਚ ਹੀ ਇਹ ਖਿਲਰ ਗਏ ਸੀ ਸਾਰੇ। ਨਹੀਂ ਉਦੋਂ ਤੇ ਬਣ ਕੇ ਖਿਲ ਰਹੇ ਸੀ ਨਾ, ਉਦੋਂ ਤੇ ਬਣ ਕੇ ਖਿਲ ਰਹੇ ਸੀ ਜਦੋਂ ਮੁੜ ਕੇ ਮਰਾਰਜੀ ਦੇਸਾਈ ਤੋਂ ਬਾਅਦ ਚੌਧਰੀ ਚਰਨ ਸਿੰਘ ਬਣਿਆ ਤੇ ਸਾਰਾ ਕੁਝ ਹੋਇਆ। ਪਰ ਹੁਣ ਤੇ ਇਹਨਾਂ ਦੇ ਬਣਨ ਦੇ ਉੱਤੇ ਹੀ ਸ਼ੱਕ ਹੈ ਵੀ ਇਹ ਬਣਨਾ ਵੀ ਆ ਕਿ ਨਹੀਂ ਬਣਨਾ। ਕਿਉਂਕਿ ਇੱਕ ਬੰਦੇ ਨੇ 3 ਪਾਸਿਆਂ ਤੇ ਲੱਤਾਂ ਫਸਾਈਆਂ ਵਾ। ਹੁਣ ਵੇਖੋ ਨਾ ਮਤਲਬ ਜਿਹੜਾ ਨਿਤੀਸ਼ ਕੁਮਾਰ ਦੀ ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਤੋਂ ਹੀ ਕਿਹਾ ਵੀ ਉਹਨੂੰ ਸ਼੍ਰੇਅ ਜਾਂਦਾ ਤੇ ਉਹ ਤੇ ਆਪ 4 ਵਾਰਾਂ ਭਾਜਪਾ 'ਚ ਰਹਿ ਕੇ ਤੇ 4 ਵਾਰਾਂ ਵਿੱਚੋਂ ਨਿਕਲਿਆ ਵਾ। ਤੇ ਜੇ ਉਹਨੂੰ RSS ਕਹਿੰਦੇ ਵੀ ਆ ਜਾ ਤੂੰ ਸਾਡੇ 'ਚ ਹੀ ਆ ਜਾ ਤੈਨੂੰ ਅਸੀਂ ਪ੍ਰਧਾਨ ਮੰਤਰੀ ਬਣਾ ਦਿੰਦੇ ਆ ਤੇ ਉਹਨੇ ਤੇ ਆ ਜਿਹੜਾ ਇਕੱਠ ਕਰਦੇ ਤੇ ਇਹ ਤੇ ਮਿੰਟ ਇੱਕ ਨਹੀਂ ਲਾਉਣਾ। ਉਹ ਤੇ ਮਿੰਟ 'ਚ ਉਹਨੂੰ ਪ੍ਰਧਾਨ ਮੰਤਰੀ ਉਹਦੇ ਛੜੱਪਾ ਮਾਰ ਕੇ ਉਹਨੇ NDA 'ਚ ਜਾ ਵੜਨਾ। ਨੰਬਰ 2 ਤੇ ਜਿਹੜੇ ਅਖਿਲੇਸ਼ ਹੋਣੀ ਆ ਹੁਣ ਵੇਖੋ ਨਾ ਜਿਹੜਾ ਮਤਲਬ ਕਿ ਆ ਬ੍ਰਿਜ ਭੂਸ਼ਣ ਹੈ ਜਿਹੜਾ ਆ ਭਲਵਾਨਾਂ ਵਾਲੇ ਰੌਲੇ ਦੇ ਵਿੱਚ ਇਹ ਬੰਦੇ ਦਾ ਇੱਕ ਹਿਸਾਬ ਨਾਲ ਉੱਥੇ ਮਤਲਬ ਯੂਪੀ ਦੇ ਵਿੱਚ ਇਹਦਾ ਰਾਜ ਚੱਲਦਾ। ਇੱਕ ਏਅਰਕ੍ਰਾਫਟ ਰੱਖਿਆ, 2 ਹੈਲੀਕਾਪਟਰ, 100 ਕਾਰ, ਮੋਟਰਸਾਈਕਲ, ਘੋੜੇ, 15 ਕਿੱਲਿਆਂ 'ਚ ਕੋਠੀ। ਤੇ ਇਹ ਬੰਦੇ ਦੇ ਖਿਲਾਫ ਤਾਂ ਉਹ ਬੋਲਦੇ ਨਹੀਂ। ਇਹ ਕਹਿੰਦੇ ਆ ਵੀ ਭਾਜਪਾ 'ਚੋਂ ਨਿਕਲੇ ਤੇ ਅਸੀਂ ਇਹਨੂੰ ਵੈਲਕਮ ਕਰਾਂਗੇ। ਤੇ ਇਸ ਨੀਅਤ ਦੇ ਨਾਲ ਇਹ ਗੱਠਜੋੜ ਕਿੰਨੇ ਦਿਨ ਚੱਲੂਗਾ? ਤੀਜੇ ਨੰਬਰ ਤੇ ਮਮਤਾ ਬੈਨਰਜੀ
ਕਾਂਗਰਸ ਦੀਆਂ ਜੜ੍ਹਾਂ ਵੱਢਣ ਵਾਲੀ 2009 ਦੇ ਵਿੱਚ ਜੇ ਉਦੋਂ ਆ ਲਿਬੜੇ ਦੀ ਵੋਟ ਨਾ ਪੈਂਦੀ MP ਦੀ ਤੇ ਉਹ ਮਨਮੋਹਨ ਸਿੰਘ ਨੂੰ ਲੈ ਕੇ ਬਹਿ ਗਈ ਸੀ। ਮਤਲਬ ਇਹ ਠੀਕ ਹੈ ਵੀ ਉਹ ਸ਼ਰੀਫ ਹੈ, ਮਤਲਬ ਉਹਦੇ ਤੇ ਕੋਈ ਨਹੀਂ ਉਹ ਉੱਠਦਾ ਉਂਗਲਾਂ ਉੱਠਦੀਆਂ, ਬਟ ਏਕਤਾ ਰੱਖਣ ਦੇ ਵਿੱਚ ਉਹ ਵੀ ਕੁਛ ਨਹੀਂ ਗੀ। ਤੇ ਮਾਇਆਵਤੀ ਜਿਹੜੀ ਆ ਉਹ ਮਤਲਬ ਕਿ ਆਪਣਾ ਉੱਤੇ ਭਾਜਪਾ ਨਾ ਕਰਦੀ ਪਈ ਹੈ ਤੇ ਅੱਧੀ ਥਲਵੀਂ ਜਿਹੜੀ ਬਹੁਜਨ ਸਮਾਜ ਪਾਰਟੀ ਉਧਰ ਅਕਾਲੀਆਂ ਨਾਲ ਰਲੀ ਆ। ਕਿਹਦੇ ਤੇ ਹੁਣ ਇੱਕ ਸਟਾਲਨ ਵਰਗਾ ਜਾਂ ਇੱਕ ਅੱਧਾ ਕੋਈ ਹੋਰ 2-4 ਰਲ ਕੇ ਤੇ ਇਹ ਮਤਲਬ UPA ਦਾ ਜਿਹੜਾ ਗਠਬੰਧਨ ਹੈ ਲੱਗਦਾ ਨਹੀਂ ਕਿਤੇ ਕਾਮਯਾਬੀ 'ਚ ਹੋ ਜਾਏ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਸ ਵੇਲੇ ਅਮਿਤ ਸ਼ਾਹ ਹੋਣਾ ਨੇ ਰੁਪਈਆ ਇੰਨਾ ਇਕੱਠਾ ਕਰ ਲਿਆ ਵੀ ਉਹ ਭਾਵੇਂ ਬਾਈ ਹੋਕਰ ਕਰੁੱਕ ਵੀ ਇੱਕ MLA 25-25 ਕਰੋੜ ਦਾ ਖਰੀਦ ਲੈਂਦੇ ਤੇ ਇੱਕ ਨੇਤਾ ਇਹਨਾਂ ਨੂੰ 100-200 ਕਰੋੜ ਦਾ ਖਰੀਦਣ ਦੀ ਕਿੱਡੀ ਕੁ ਵੱਡੀ ਗੱਲ ਆਉਣੀ ਹੈ। ਸ਼ੋਰ ਜਿਹੜੀ ਤੁਸੀਂ ਸੋਰੀ ਸਾਹਿਬ ਜਿਹੜੀ ਤੁਸੀਂ ਗੱਲ ਵਿੱਚ ਕੀਤੀ ਆ ਉਹ ਬੜੀ ਇੰਪੋਰਟੈਂਟ ਆ ਕਿ ਜਿੰਨਾ ਚਿਰ ਤੱਕ ਵਿਚਾਰਧਾਰਾ ਹੀ ਨਹੀਂ ਮਿਲਦੀ ਇਹਨਾਂ ਦੀ, ਜੇ ਨਿਤਿਸ਼ ਕੁਮਾਰ ਅੱਗੇ ਭਾਜਪਾ ਨਾਲ ਆਪਾਂ ਕੀ ਮਿਲਾਵਾਂਗੇ। ਬਿਲਕੁਲ ਠੀਕ ਹੈ, ਵਿਚਾਰਧਾਰਾ ਹੀ ਨਹੀਂ ਮਿਲਦੀ ਤਾਂ ਉਹਨਾਂ ਚਿਰ ਤੱਕ ਕੀ। ਪੰਡਤ ਵੀ ਜਦੋਂ ਕਿਸੇ ਕੁੜੀ ਮੁੰਡੇ ਦਾ ਵਿਆਹ ਕਰਦੇ ਆ ਤੇ ਪਹਿਲਾਂ ਉਹ ਗੁਣ ਮਿਲਦੇ ਆ ਵੀ ਉਹਨਾਂ ਨਛੱਤਰ ਆਪਸ ਦੇ ਵਿੱਚ ਰਲਦੇ ਆ ਕਿ ਨਹੀਂ ਰਲਦੇ। ਸਹੀ ਗੱਲ। ਤੇ ਇੱਥੇ ਤੇ ਨਛੱਤਰ 16 ਬੰਦਿਆਂ ਦੇ 16 ਪਾਸਿਆਂ ਨੂੰ ਜਾਣ ਡਏ ਆ ਤੇ ਇਹ ਕੋਈ ਇੰਡੀਆ ਦੀ ਵੇਖੋ ਕਰਮ ਚੰਗੇ ਹੋਣ ਤੇ ਇੰਡੀਆ ਦੀ ਡੈਮੋਕ੍ਰੇਸੀ ਬਚਣੀ ਹੋਵੇ ਤੇ ਠੀਕ ਹੈ, ਨਹੀਂ ਜਿਵੇਂ ਡਿਕਟੇਟਰਸ਼ਿਪ ਹੈਗੀ ਆ ਜੇ ਇਹਨਾਂ 24 ਵਾਲੀ ਜਿੱਤ ਗਈ ਤੇ ਇਹਨਾਂ ਨੇ ਚੂੜੀ ਹੋਰ ਕੱਸ ਦੇਣੀ ਆ ਬਈ ਰੋਂਦੇ ਤੇ ਪਈ ਉਹ ਥੋੜਾ ਜਿਹਾ ਹੋਰ ਰੋ ਲੋਗੇ। ਸ਼ੋਰ, ਥੈਂਕ ਯੂ ਸੋਰੀ ਸਾਹਿਬ। 3-4 ਪੁਆਇੰਟ ਬੜੇ ਵੈਲਿਡ ਪੁਆਇੰਟ ਸੋਰੀ ਸਾਹਿਬ ਨੇ ਰੱਖੇ ਔਰ ਮੇਰੇ ਖਿਆਲ ਤੁਸੀਂ ਇਹਨਾਂ ਨਾਲ ਕਾਫੀ ਹੱਦ ਤੱਕ ਸਹਿਮਤ ਵੀ ਹੋਗੇ। ਜੇ ਨਹੀਂ ਵੀ ਸਹਿਮਤ ਤੁਸੀਂ ਕਾਲ ਕਰਕੇ ਆਪਣੀ ਗੱਲ ਜਿਹੜੀ ਆ ਉਹ ਕਹਿ ਸਕਦੇ ਜੀ। ਮੈਂ ਫਿਰ ਦੱਸ ਦੇਵਾਂ ਕਿ ਵਿਰੋਧੀ ਧਿਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਵਿਰੋਧੀ ਧਿਰਾਂ ਭਾਜਪਾ ਨੂੰ 2024 ਟੱਕਰ ਦੇ ਸਕਣਗੀਆਂ, ਇਸ ਵੇਲੇ ਕੀ ਪੋਜੀਸ਼ਨ ਹੈ ਔਰ ਕੀ ਪੋਜੀਸ਼ਨ ਬਣ ਜਾ ਰਹੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੈਂ ਰਾਜ ਬੋਲ ਰਿਹਾ। ਹਾਂਜੀ ਰਾਜ ਜੀ। ਦੇਖੋ ਜੀ ਆਪਣਾ ਸੰਧੂ ਸਾਹਿਬ ਬਹੁਤ ਮੁਸ਼ਕਿਲ ਹੈ ਇਹਨਾਂ ਦਾ ਇਕੱਠਾ ਹੋਣਾ। ਕਾਂਗਰਸ ਨੂੰ ਕੰਪਲੈਕਸ ਹੈਗਾ ਕਿ ਮੈਂ ਹੀ ਸਭ ਤੋਂ ਸੈਕੰਡ ਟਾਪ ਦੀ ਜਿਹੜੀ ਆਪੋਜੀਸ਼ਨ ਵਾਲੀ ਪਾਰਟੀ ਹੈਗੀ ਆ। ਹੁਣ ਉਹਨਾਂ ਦੀ ਉਹ ਸਿਚੁਏਸ਼ਨ ਉਹ ਵਾਲੀ ਨਹੀਂ ਰਹੀ। ਤੇ ਦੂਸਰੀ ਗੱਲ ਅਗਰ ਸਪੋਜ਼ ਮੰਨ ਲੈਂਦੇ ਮੀਟਿੰਗ ਕਰਕੇ ਇਕੱਠੇ ਹੋ ਵੀ ਜਾਂਦੇ ਤੇ 98% ਚਾਂਸ ਹੈ ਕਿ ਜਿੱਤਣਗੇ। ਚਲੋ 2% ਚਾਂਸ ਹੈ ਕਿ ਜਿੱਤੇ ਜਾਂਦੇ ਤੇ ਉਸਦਾ ਉਹ ਕਿ ਘਮਸਾਨ ਇਹਨਾਂ ਦਾ ਪੈ ਜਾਏਗਾ ਸਾਰੀਆਂ ਪਾਰਟੀਆਂ ਹੋਣ ਦੇ ਕਰਕੇ। ਉਹਨਾਂ ਨੂੰ ਇਹ ਡਿਸਾਈਡ ਨਹੀਂ ਕਰ ਪਾਉਣਗੇ ਕਿ ਕਿਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ, ਕਿਹਨੂੰ ਕੀ ਮਿਨਿਸਟਰ ਬਣਾਉਣਾ। ਉਹਦੇ ਵਿੱਚ ਫਿਰ ਭਾਜਪਾ ਫਾਇਦਾ ਉਠਾ ਲੇਗੀ, ਇਹਨਾਂ ਦੇ ਵੋਟਾਂ ਬੰਦੇ ਤੋੜੇਗੀ ਤੇ ਮਤਲਬ ਕਿ ਮਹੀਨੇ 2 ਮਹੀਨੇ ਨਹੀਂ ਚਲਾ ਪਾਉਣਗੇ। ਮੈਨੂੰ ਜਿੱਥੇ ਉਹਨਾਂ ਨੂੰ ਫਿਰ ਵਾਪਸ BJP ਨੂੰ ਆਉਣਾ ਪਏਗਾ ਕਿਉਂਕਿ ਜੇ ਅਸੈਂਬਲੀ ਜਿਹੜੀ ਚੋਣਾਂ ਹੋ ਰਹੀਆਂ ਸਟੇਟ ਅਸੈਂਬਲੀ ਉਹਦਾ ਤਾਂ ਕਾਫੀ ਪਤਾ ਚੱਲ ਜਾਏਗਾ ਕਿੱਥੇ ਓਪੋਜੀਸ਼ਨ ਖੜੀ ਹੈਗੀ ਹੈ। ਇਹਨਾਂ ਦੇ ਚਾਂਸਿਸ ਇਕੱਠੇ ਹੋਣਾ ਬਹੁਤ ਮੁਸ਼ਕਿਲ ਹੈ। ਟਰਾਈ ਕਰ ਸਕਦੇ ਹੈ, ਰੱਬ ਰੱਖਾ। ਬਾਕੀ ਜੇ BJP ਜਿੱਤੀ, ਜਿੱਦਾਂ BJP ਹੁਣ ਓਬਾਮਾ ਦੀ ਸਟੇਟਮੈਂਟ ਆਈ ਸੀ, ਬਾਕੀ ਜਿਹੜੇ ਬਾਹਰ ਸਟੇਟਮੈਂਟ ਦਿੰਦੇ BBC ਕਰ ਰਹੇ ਹੈ, ਟਵਿੱਟਰ ਕਰ ਰਹੀ ਹੈ, ਜਿਹੜੀ ਸਹੀ ਗੱਲ ਜਿਹੜੀ ਇੰਡੀਆ 'ਚ ਹੋ ਰਹੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ। ਇਹ ਐਕਸੈਪਟ ਕਰਨ ਨੂੰ ਤਿਆਰ ਹੀ ਨਹੀਂ ਹੈਗੇ। ਇੰਨੇ ਇਹਨਾਂ ਦੇ ਦਿਮਾਗ ਚੜੇ ਆ BJP ਵਾਲੇ ਦੇ। ਗੋਦੀ ਮੀਡੀਆ ਉਹਨਾਂ ਨੇ ਗੱਲ ਹੀ ਨਹੀਂ ਕਰ ਰਿਹਾ ਉਸ ਚੀਜ਼ ਦੀ ਜਿਹੜੀ ਓਬਾਮਾ ਨੇ ਸਟੇਟਮੈਂਟ ਦਿੱਤੀ ਹੈ ਜਾਂ ਬਾਕੀਆਂ ਨੇ ਬਾਹਰ ਹੁੰਦੇ ਜਿੱਥੇ ਗਿਆ ਸੀ ਮੋਦੀ ਕੀ ਉਹਨੂੰ ਪੁੱਛਿਆ ਸੀ ਕੁਐਸਚਨ ਰਿਪੋਰਟਰਸ ਨੇ, ਉਹਦੀ ਕੋਈ ਗੱਲ ਹੀ ਨਹੀਂ ਕਰਦੇ। ਇਹਨਾਂ ਨੂੰ ਇੰਨਾ ਘਮੰਡ ਹੈ ਕਿ ਹਿੰਦੂ ਰਾਸ਼ਟਰ ਦੇ ਨਾਂ ਤੇ ਇਹ ਵੋਟਾਂ ਲੈਣਾ ਚਾਹੁੰਦੇ ਹੈ। ਈਵਨ ਯੰਗ ਯੂਥ ਮੈਂ ਸੁਣਿਆ ਕਹਿ ਰਿਹਾ ਸੀ ਕਿ ਮੈਨੂੰ ਭਾਵੇਂ ਜੋਬ ਮੇਰੇ ਕੋਲ ਨਹੀਂ ਹੈਗੀ, ਨੌਕਰੀ ਮੇਰੇ ਕੋਲ ਨਹੀਂ ਹੈਗੀ, ਮੈਂ ਚਾਹੁੰਦਾ ਕਿ ਮੈਂ ਹਿੰਦੂ ਰਾਸ਼ਟਰ ਬਣੇ। ਇਹਨਾਂ ਨੇ ਸਾਈਕੋਲੋਜੀਕਲ ਹਿੰਦੂ ਰਾਸ਼ਟਰ ਦੇ ਨਾਂ ਤੇ ਇਹਨਾਂ ਨੇ ਇੰਨਾ ਜ਼ੋਰ ਪਾ ਕੇ ਬ੍ਰੇਨ ਵਾਸ਼ ਕਰਕੇ ਉਹਨਾਂ ਯੰਗ ਨੂੰ ਭਾਵੇਂ ਨੌਕਰੀ ਨਹੀਂ ਹੈਗੀ ਉਹਨਾਂ ਕੋਲ ਵੋਟਾਂ ਲੈ ਕੇ ਰਾਜ ਕਰਨਾ ਕੁਛ ਨਹੀਂ ਹੋਰ। ਮਿਹਰਬਾਨੀ। ਥੈਂਕ ਯੂ ਰਾਜ, ਥੈਂਕ ਯੂ। ਲੋਕੀ ਬ੍ਰੇਨ ਵਾਸ਼ ਹੋ ਚੁੱਕੇ ਨੇ। ਹਿੰਦੂ ਰਾਸ਼ਟਰ ਦੇ ਨਾਂ ਤੇ ਵੋਟ ਪੈਣੀ ਆ ਔਰ ਪ੍ਰਧਾਨ ਮੰਤਰੀ ਮੋਦੀ ਔਰ ਭਾਜਪਾ ਨੂੰ ਹਰਾਉਣਾ ਕਾਫੀ ਮੁਸ਼ਕਿਲ ਆ। ਇਹ ਵੀ ਰਾਜ ਨੇ ਕਿਹਾ ਕਿ ਜਿਹੜੀਆਂ 2023 ਦੇ ਵਿੱਚ ਵੋਟਾਂ ਪੈਣੀਆਂ 4 ਅਸੈਂਬਲੀ ਚੋਣਾਂ ਦੀਆਂ, ਉਹਦੇ ਤੋਂ ਵੀ ਕਾਫੀ ਕੁਝ ਪਤਾ ਲੱਗ ਜੂਗਾ ਕਿਉਂਕਿ 2023 ਦੇ ਵਿੱਚ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਤੇ ਤੇਲੰਗਾਨਾ ਦੇ ਵਿੱਚ ਇਸ ਸਾਲ ਵੋਟਾਂ ਪੈਣੀਆਂ। ਅਸੈਂਬਲੀ ਇਲੈਕਸ਼ਨਸ ਆ ਉੱਥੇ, ਦੇਖਦੇ ਹਾਂ ਉਹਦੇ ਅਸੈਂਬਲੀ ਇਲੈਕਸ਼ਨਸ ਕੀ ਹੋਵੇਗਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਲਾਲ ਸਿੰਘ ਬੋਲਦਾ ਸੰਧੂ ਜੀ। ਲਾਲ ਸਿੰਘ ਜੀ। ਸੰਧੂ ਸਾਹਿਬ ਇਹਨਾਂ ਨੇ ਜਿਹੜੇ ਵਿਰੋਧੀ ਧਿਰਾਂ ਨੇ ਇਹਨਾਂ ਨੇ ਇਕੱਠੇ ਨਹੀਂ ਹੋਣਾ। ਅਲੱਗ-ਅਲੱਗ ਈਗੋ ਇਹਨਾਂ ਦੇ ਵਿੱਚ ਇੰਨੀ ਵੜ ਗਈ ਜਿਹਨੂੰ ਦਬਾਉਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ। ਵੱਖਰੀ ਜਿਹੜਾ ਕੇਜਰੀਵਾਲ ਆ ਉਹਦਾ ਸਾਹੇ ਵਾਂਗੂ ਕੰਨ ਚੱਕੀ ਰੱਖਦਾ ਵੀ ਕਿੱਧਰੋਂ ਹਵਾ ਚੰਗੀ ਆਉਂਦੀ ਆ ਉਧਰ ਨੂੰ ਹੁੰਦਾ ਵੀ
ਪ੍ਰਧਾਨ ਮੰਤਰੀ ਮੈਂ ਬਣਾ। ਇਹਨਾਂ ਨੂੰ 2029 ਤੱਕ ਦੀ ਅੱਗੇ ਜਾਣਾ ਚਾਹੀਦਾ, ਵੀ 29 ਤੱਕ ਸੋਚਣਾ, 24 ਤੱਕ ਤਾਂ ਨਾ ਸੋਚਣਾ, ਕਿਉਂਕਿ ਇਹਨਾਂ ਨੂੰ ਮਤਲਬ ਪ੍ਰਧਾਨ ਮੰਤਰੀ ਹੈ ਜਿਹੜਾ ਨਰਿੰਦਰ ਮੋਦੀ 2024 ਚ ਚਿਹਰਾ ਨਹੀਂ ਹੋਊਗਾ ਬੀਜੇਪੀ ਦਾ ਚਿਹਰਾ, ਉਹ ਹੋਰ ਲੈ ਕੇ ਆਉਣਗੇ। ਬੀਜੇਪੀ ਦੀ ਸਰਕਾਰ ਬਣਨੀ ਤੈਅ ਹੈ। ਜੇ ਹੋ ਗਏ ਇਕੱਠੇ ਫਿਰ ਬੀਜੇਪੀ ਹਰ ਜੂਗੀ, ਗੱਠਜੋੜ ਦੀ ਸਰਕਾਰ ਬਣ ਸਕਦੀ ਹੈ। ਇਹ ਪੋਜੀਸ਼ਨਾਂ ਬਣੀਆਂ ਪਈਆਂ ਨਹੀਂ। ਮਿਹਰਬਾਨੀ, ਥੈਂਕ ਯੂ। ਬੜੀ ਇੰਟਰਸਟਿੰਗ ਗੱਲ ਭਾਈ ਸਾਹਿਬ ਨੇ ਕੀਤੀ ਆ, ਲਾਲ ਸਿੰਘ ਨੇ ਕੀਤੀ ਵੀ ਬੀਜੇਪੀ ਸ਼ਾਇਦ ਆਪਣਾ ਚਿਹਰਾ ਹੀ ਬਦਲ ਦੇਵੇ 2024 ਦੇ ਵਿੱਚ। ਵੈਰੀ ਇੰਟਰਸਟਿੰਗ। ਮੀਨਵੈਲ ਸਿੰਘ ਸਰਾਂ ਦਾ ਕਮੈਂਟ ਆਇਆ ਕਿ ਸਭ ਤੋਂ ਵੱਡਾ ਡਿੱਕਾ ਕੇਜਰੀਵਾਲ ਹੀ ਹੈ, ਕਿਉਂਕਿ ਉਹ ਇੱਕ ਨਾਰਾ ਦੇ ਰਿਹਾ ਵਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਕਿਉਂਕਿ ਵਿਰੋਧੀਆਂ ਵਿੱਚੋਂ ਸ਼ਾਇਦ ਇਹੋ ਜਿਹਾ ਪੜ੍ਹਿਆ ਲਿਖਿਆ ਉਹ ਆਪ ਹੀ ਹੈ। ਇਹ ਸਿੰਘ ਸਰਾਂ ਦਾ ਕਮੈਂਟ ਹੈ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਬੀਜੇਪੀ ਨੂੰ ਚੋਣਾਂ ਲੜਨ ਲਈ ਫੰਡ ਤਾਂ ਕਾਰਪੋਰੇਟ ਘਰਾਣੇ ਨੇ ਬਹੁਤ ਤੇ ਦੇਣਾ ਵਾ। ਹੁਣ ਵੀ ਸਭ ਤੋਂ ਜ਼ਿਆਦਾ ਫੰਡਿੰਗ ਜਿਹੜੀ ਆ ਉਹ ਬੀਜੇਪੀ ਨੂੰ ਹੀ ਹੋ ਰਹੀ ਆ। ਸੋ ਇਸ ਕਰਕੇ ਬੀਜੇਪੀ ਨੂੰ ਇਹ ਐਡਵਾਂਟੇਜ ਤੇ ਮੇਰੇ ਖਿਆਲ ਹੈ ਅਵਤਾਰ ਸਿੰਘ ਢਿੱਲੋਂ ਜੀ ਹਮੇਸ਼ਾ ਹੀ ਜਿਹੜੇ ਸੱਤਾਧਿਰ ਪਾਰਟੀ ਆ ਉਹਨੂੰ ਹਮੇਸ਼ਾ ਹੀ ਹੁੰਦੀ ਆ। ਲੋਕੀ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਜਿਹੜੀ ਪਾਰਟੀ ਸੱਤਾ 'ਚ ਆ ਉਹਨੂੰ ਹਮੇਸ਼ਾ ਸਮਰਥਨ ਦਿੰਦੀ ਹੀ ਹੈ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿਸਕੀ ਗੁਪਤਾ ਜੀ। ਸੰਧੂ ਸਾਹਿਬ, ਜਿਹੜੀ ਅੱਜ ਦੀ ਆਬਾਦੀ ਹੈ ਜੀ ਉਹ 76% ਆਪਣੇ ਜਿਹੜੇ ਹੁਕਮਰਾਨ ਨੇ, ਡਿਕਟੇਟਰਸ਼ਿਪ ਨੇ, ਉਹਦੇ ਥੱਲੇ ਜਿਉ ਰਹੀ ਹੈ। ਉਹ ਸਿੱਧੇ ਰੂਪ ਚ ਹੋਵੇ ਜਾਂ ਅਸਿੱਧੇ ਰੂਪ ਚ ਹੋਵੇ, ਚਾਹੇ ਉਹ ਡੈਮੋਕ੍ਰੇਸੀ ਦੇ ਨਾਂ ਤੇ, ਜਿਵੇਂ ਭਾਰਤ ਦੇ ਡੈਮੋਕ੍ਰੇਸੀ ਦੇ ਨਾਂ ਤੇ ਅਸੀਂ ਇੱਕ ਹੋਰ ਰਾਜੇ ਦੇ ਅਧੀਨ ਜਿਉ ਰਹੇ ਹਾਂ, ਡਿਕਟੇਟਰਸ਼ਿਪ ਦੇ ਅਧੀਨ ਜਿਉ ਰਹੇ ਹਾਂ, ਉਸੇ ਢੰਗ ਨਾਲ ਦੁਨੀਆ ਦੀ 76% ਆਬਾਦੀ ਜਿਉਂਦੀ ਹੈ। ਦੂਜੀ ਗੱਲ ਜੀ, ਮੈਂ ਧੂਰੀ ਦੀ ਇੱਕ ਇਲੈਕਸ਼ਨ ਦੇਖੀ ਸੀ ਜਿੱਥੇ ਕਿ ਅਕਾਲੀ ਦਲ ਦੇ ਜਿਹੜਾ ਦਫ਼ਤਰ ਇੰਚਾਰਜ, ਮੁੱਖ ਦਫ਼ਤਰ ਇੰਚਾਰਜ ਸੀਗਾ ਜੀ, ਉਹਨੂੰ ਅਰਵਿੰਦ ਖੰਨੇ ਨੇ ਖਰੀਦ ਤੱਕ ਲਿਆ ਸੀ। ਜਿਹੜੀ ਸਟ੍ਰੈਟਜੀ ਬਣਦੀ ਸੀ ਜੀ ਅੰਦਰ, ਉਹ ਉਹਨੂੰ ਪਹਿਲਾਂ ਪਤਾ ਹੁੰਦੀ ਕਿ ਅਕਾਲੀ ਦਲ ਦੇ ਵਰਕਰਾਂ ਕੋਲ ਬਾਅਦ ਚ ਜਾਂਦੀ ਸੀ। ਤੇ ਉਸੇ ਢੰਗ ਨਾਲ ਇਹਨਾਂ ਨੇ ਇੰਨਾ ਕੁ ਰੁਪਈਆ ਪਹਿਲਾਂ ਹੀ ਇਕੱਠਾ ਕਰ ਲਿਆ ਜੀ ਵੀ ਜਿੰਨਾ ਚ ਇਹ ਦਫ਼ਤਰਾਂ ਦੇ ਇੰਚਾਰਜ ਖਰੀਦ ਇਹਨਾਂ ਦੇ ਸਟ੍ਰੈਟੇਜਿਸਟ ਖਰੀਦ ਲੈਣਗੇ ਜੀ, ਕਿੱਥੋਂ ਸਕਣਗੇ ਜੀ ਇਹ। ਸੋ ਇਹਦਾ ਮਤਲਬ ਹੈ ਭਾਜਪਾ ਨੂੰ ਹਰਾਉਣਾ ਕਾਫੀ ਮੁਸ਼ਕਿਲ ਆ। ਮਿਹਰਬਾਨੀ, ਥੈਂਕ ਯੂ ਮਿਸਕੀ ਗੁਪਤਾ ਜੀ। ਸੋ ਬਹੁਤ ਅੱਛੇ ਵਿਚਾਰ ਆਏ ਆ, ਬਹੁਤ ਅੱਛੀ ਵਿਚਾਰ ਚਰਚਾ ਹੋਈ ਆ, ਲੇਕਿਨ ਜਿਵੇਂ ਪ੍ਰਗਟ ਬਲ ਹੋਣਾ ਨੇ ਕਿਹਾ ਸੀ ਕਿ ਥੋੜ੍ਹਾ ਜਿਹਾ ਅਰਲੀ ਆ ਸਥਿਤੀ ਜਿਹੜੀ ਆ, ਹੋਰ ਕੁਝ ਮਹੀਨਿਆਂ ਤੱਕ ਕਲੀਅਰ ਹੋਊਗੀ। ਹਾਲੀ ਚੋਣਾਂ ਨੂੰ ਆਲਮੋਸਟ 10 ਮਹੀਨੇ ਪਏ ਆ। ਸੋ ਇਹ 10-11 ਮਹੀਨਿਆਂ ਦੇ ਵਿੱਚ ਕਈ ਕੁਝ ਹੋ ਸਕਦਾ ਵਾ, ਲੇਕਿਨ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਵਾ ਵਿਰੋਧੀ ਧਿਰਾਂ ਵੱਲੋਂ ਭਾਜਪਾ ਨੂੰ ਟੱਕਰ ਦੇਣ ਵਾਸਤੇ ਇਕੱਠੇ ਹੋਣ ਦੀਆਂ। ਇਹ ਕਾਮਯਾਬ ਹੁੰਦੀਆਂ ਜਾਂ ਨਹੀਂ, ਇਹ ਤਾਂ ਖੈਰ ਦੇਖਦੇ ਹਾਂ, ਸਮਾਂ ਹੀ ਦੱਸੂਗਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਹੁਣ ਪ੍ਰੋਗਰਾਮ ਖਤਮ ਕਰ ਰਿਹਾ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।